ਮੁੱਦਾ USA ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ ਜੀ। ਪਿਛਲੇ ਐਪੀਸੋਡ 'ਚ ਅਸੀਂ ਚਰਚਾ ਕੀਤੀ ਸੀ ਸਮਾਜ ਸੇਵਾ ਦੇ ਵਿੱਚ ਪੰਜਾਬੀ ਹਰ ਖੇਤਰ ਦੇ ਵਿੱਚ ਆਪਣਾ ਇੱਕ ਮੁਕਾਮ ਬਣਾ ਚੁੱਕੇ ਨੇ, ਚਾਹੇ ਉਹ ਕੋਈ ਵੀ ਖੇਤਰ ਹੋਵੇ, ਜਿੱਦਾਂ ਕਿ ਪਿਛਲੇ ਐਪੀਸੋਡ 'ਚ ਦੱਸਿਆ ਸੀ। ਔਰ ਸਮਾਜ ਸੇਵਾ ਦੇ ਖੇਤਰ 'ਚ ਵੀ ਕਈ ਜਥੇਬੰਦੀਆਂ ਉੱਭਰ ਕੇ ਸਾਹਮਣੇ ਆ ਰਹੀਆਂ ਨੇ, ਜਿਹੜੀ ਆਮ ਕਮਿਊਨਿਟੀਜ਼ ਦੇ ਵਿੱਚ, ਇਕੱਲੀ ਪੰਜਾਬੀ ਕਮਿਊਨਿਟੀ ਨਹੀਂ, ਹਰ ਕਮਿਊਨਿਟੀ ਵਿੱਚ ਜਾਂਦੀਆਂ ਨੇ। ਪਿਛਲੀ ਐਪੀਸੋਡ ਦੇ ਵਿੱਚ ਅਸੀਂ ਸੋਚ ਸੰਸਥਾ ਜਿਹੜੀ ਹੈ ਵਾਸ਼ਿੰਗਟਨ ਦੀ, ਉਹਦੇ ਦੇ ਆਗੂ ਬਲਵੰਤ ਸਿੰਘ ਹੋਣਾ ਨਾਲ ਗੱਲ ਕਰ ਰਹੇ ਸੀ। ਕਿਸ ਤਰ੍ਹਾਂ ਇਹਨਾਂ ਨੇ ਇਨੀਸ਼ੀਏਟਿਵ ਸ਼ੁਰੂ ਕੀਤਾ ਔਰ ਕੀ ਇਨੀਸ਼ੀਏਟਿਵ ਲੈ ਕੇ ਅੱਗੇ ਤੁਰੇ ਨੇ, ਔਰ ਕਿਸ ਤਰ੍ਹਾਂ ਆਪਾਂ ਹੋਰ ਲੋਕਾਂ ਨੂੰ ਆਪਣੇ ਨਾਲ ਜੋੜ ਸਕਦੇ ਹਾਂ, ਹੋਰ ਲੋਕਾਂ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਪਾ ਸਕਦੇ ਹਾਂ ਤਾਂ ਕਿ ਉਹ ਇਨਸਾਨੀਅਤ ਦੀ ਸੇਵਾ ਕਰ ਸਕਣ। ਬਲਵੰਤ ਜੀ, ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ ਜੀ PTC 'ਚ। ਆਪਾਂ ਚਰਚਾ ਚੱਲ ਰਹੀ ਸੀ ਆਪਣੀ ਇਨੀਸ਼ੀਏਟਿਵਸ ਦੀ ਪਿਛਲੇ ਐਪੀਸੋਡ ਦੇ ਵਿੱਚ, ਜਿਹੜਾ ਰਿਲੀਫ ਐਂਡ ਏਡ ਵਾਸਤੇ ਤੁਸੀਂ ਖੁੱਲ੍ਹ ਕੇ ਸਾਨੂੰ ਦੱਸਿਆ ਸੀ ਵੀ ਕਿੱਦਾਂ ਤੁਸੀਂ ਡਿਟੈਂਸ਼ਨ ਸੈਂਟਰ, ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਉੱਤੇ ਜਾ ਕੇ ਜਿਹੜੇ ਪੰਜਾਬੀ ਇਮੀਗ੍ਰੇਸ਼ਨ ਦੇ ਮਾਮਲੇ 'ਚ ਫਸੇ ਹੋਏ ਨੇ ਉਹਨਾਂ ਦੀ ਸੇਵਾ ਕਰਦੇ ਹੋ, ਉਹਨਾਂ ਨੂੰ ਹੌਸਲਾ ਦਿੰਦੇ ਹੋ। ਇਸ ਤੋਂ ਇਲਾਵਾ ਤੁਸੀਂ ਹੋਰ ਜਗ੍ਹਾ ਜਾ ਕੇ ਵੀ, ਜਿੱਥੇ ਕੁਦਰਤੀ ਕੋਈ ਵਿਪਤਾ ਆਉਂਦੀ ਆ, ਆਪਦਾ ਆਉਂਦੀ ਆ, ਉੱਥੇ ਜਾ ਕੇ ਤੁਸੀਂ ਮਦਦ ਕਰਦੇ ਹੋ, ਹੋਮਲੈਸ ਨੂੰ ਖਾਣਾ ਖਵਾਉਂਦੇ ਹੋ। ਇਹ ਰਿਲੀਫ ਐਂਡ ਏਡ ਦੇ ਵਿੱਚ ਕੀਤਾ ਸੀ। ਤੁਹਾਡੇ ਹੋਰ ਇਨੀਸ਼ੀਏਟਿਵ ਵੀ ਕਾਫੀ ਸੀਗੇ, ਜਿਹੜਾ ਹੈਲਥ ਐਂਡ ਵੈਲਫੇਅਰ ਹੋ ਗਿਆ, ਉਸ ਤੋਂ ਬਾਅਦ ਅਵੇਅਰਨੈਸ ਐਂਡ ਅਲਾਇੰਸ ਹੋ ਗਿਆ, ਉਸ ਤੋਂ ਬਾਅਦ ਇਕੁਐਲਿਟੀ ਐਂਡ ਵਨਨੈਸ। ਇਹ ਕਿਸ ਤਰ੍ਹਾਂ ਇਹ ਤੁਸੀਂ ਇਹਨੂੰ ਕਰਦੇ ਹੋ? ਹੈਲਥ ਐਂਡ ਵੈਲਫੇਅਰ ਦੇ ਵਿੱਚ ਕੀ ਤੁਸੀਂ? ਹੈਲਥ ਐਂਡ ਵੈਲਫੇਅਰ ਤਾਂ ਸਿੱਧਾ ਹੀ ਆ ਕਿ ਤੰਦਰੁਸਤ ਦਿਮਾਗ ਤੇ ਤੰਦਰੁਸਤ ਸਰੀਰ ਹੋਣਾ ਬਹੁਤ ਜ਼ਰੂਰੀ ਹੈ। ਅਤੇ ਕਈ ਵਾਰੀ ਇਹ ਹੋ ਜਾਂਦਾ ਕਿ ਆਪਾਂ ਕਈਆਂ ਪਰਿਵਾਰਾਂ ਨੂੰ ਨਹੀਂ ਪਤਾ ਹੁੰਦਾ ਕਿ ਮੇਰੇ ਕੋਲ ਕਿਹੜੇ ਮੇਰੇ ਹੱਕ ਹੈਗੇ, ਕਿੱਥੇ ਮੇਰੇ ਕੋਲ ਇੰਸ਼ੋਰੈਂਸ। ਅੱਜ ਕੱਲ੍ਹ ਖਾਸ ਕਰਕੇ ਯੂਨਾਈਟਿਡ ਸਟੇਟ ਦੇ ਵਿੱਚ ਇੰਸ਼ੋਰੈਂਸ ਦਾ ਬੜਾ ਇੱਕ ਇਸ਼ੂ ਹੈਗਾ ਆ। ਓਬਾਮਾ ਕੇਅਰ 'ਚ ਕਿ ਮੈਂ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ, ਤੁਹਾਡੇ ਸਟੇਟ ਲੈਵਲ 'ਤੇ ਕੁਆਲੀਫਾਈ ਕਰਦਾ ਕਿ ਨਹੀਂ ਕਰਦਾ, ਬਹੁਤ ਬੜਾ ਇੱਕ ਇਸ਼ੂ ਹੈਗਾ। ਕਿਉਂਕਿ ਚਾਹੇ ਓਬਾਮਾ ਕੇਅਰ ਹੈ, ਲੇਕਿਨ ਪ੍ਰੀਮੀਅਮ ਫੇਰ ਬਹੁਤ ਹਾਈ ਨੇ। ਪ੍ਰੀਮੀਅਮ ਵੀ ਹਾਈ, ਉਸ ਤੋਂ ਬਾਅਦ ਤੁਹਾਨੂੰ ਡਿਡਕਟੇਬਲ ਵੀ ਹੈ, ਔਰ ਇਸ ਤੋਂ ਇਲਾਵਾ ਕੋਪੇ ਵੀ ਹੈ। ਕੋਪੇ ਵੀ ਹੈ। ਪ੍ਰੀਮੀਅਮ ਦੇਣ ਦੇ ਬਾਵਜੂਦ ਸੋਚ ਕੇ ਜਾਣਾ ਪੈਂਦਾ ਹਸਪਤਾਲ ਜਾਵਾਂ ਕਿ ਨਾ ਜਾਵਾਂ। ਅਤੇ ਕਈ ਵਾਰੀ ਇਹ ਇਸ਼ੂ ਆਉਂਦਾ ਹੈਗਾ ਕਿ ਮੈਂ ਗ੍ਰੀਨ ਕਾਰਡ ਨਹੀਂ ਗਾ ਮੇਰੇ ਕੋਲ। ਸਿਹਤ ਉਹਦੀ ਵੀ ਖਰਾਬ ਹੋ ਸਕਦੀ ਹੈ ਨਾ, ਹੋ ਸਕਦੀ ਹੈ ਨਾ, ਹੋ ਸਕਦੀ ਕਿ ਹੁੰਦੀ ਹੈ। ਅਤੇ ਇਹ ਹੈਲਥ ਅਵੇਅਰਨੈਸ ਲਿਆਉਣੀ ਬਹੁਤ ਜ਼ਰੂਰੀ ਹੈਗੀ ਆ। ਉਹਦੇ ਵਿੱਚ ਕਿ ਅਸੀਂ ਮੈਡੀਕਲ ਕੈਂਪ ਲਾਉਂਦੇ ਹੈਗੇ। ਅੱਛਾ ਜੀ। ਸੋ ਇਹ ਜਿਹੜੇ ਮੈਡੀਕਲ ਕੈਂਪ ਹੈਗੇ, ਇਹ ਵੀ ਇੱਕ ਇਨੀਸ਼ੀਏਟਰਾਂ ਦਾ ਹੈਗਾ ਆ। ਜਿਹਦਾ ਫੂਡ ਡਰਾਈਵ ਦਾ ਹੈਗਾ ਆ, ਜੇਲ੍ਹਾਂ 'ਚ ਜਾਣ ਦਾ ਹੈਗਾ ਆ। ਬਾਕੀ ਆਪਣੇ ਸੀਰੀਆ ਦੇ ਵਿੱਚ ਜਿਹੜੇ ਬਲੈਂਕਟ ਸੀ, ਉਹ ਸ਼ੋਅ ਦੇ ਵਿੱਚ ਮਿਡਸਲਾਈਡ ਹੋਇਆ ਸੀ। ਇੱਦਾਂ ਹੀ ਹੈਲਥ ਦਾ ਵੀ ਇਨੀਸ਼ੀਏਟਰ ਹੈਗਾ। ਸੋ ਇਹਦੇ ਵਿੱਚ ਵੀ ਕਈ ਜਿਹੜੇ ਇਨੀਸ਼ੀਏਟਰ ਆ ਉਹ ਲੀਡਰ ਆ, ਰਾਈਟ। ਅਸੀਂ ਉਹਨਾਂ ਦੇ ਨਾਲ ਚੱਲਦੇ ਹੈਗੇ ਵੀ ਦੱਸੋ ਕੀ ਕਰਨਾ ਹੈਗਾ, ਉਹਨਾਂ ਨੇ ਸਾਰਾ ਕੁਛ ਲਿਆਉਣਾ ਹੁੰਦਾ। ਸੋ ਹੈਲਥ ਦੇ ਵਿੱਚ ਤਾਂ ਇੱਕ ਇਹ ਹੈਗਾ ਕਿ ਬੰਦੇ ਨੂੰ ਐਜੂਕੇਟ ਕਰਨਾ ਕਿ ਤੇਰੇ ਕੋਲ ਕਿਹੜੀ ਆਪਸ਼ਨਸ ਹੈਗੀਆਂ, ਸਟੇਟ ਲੈਵਲ 'ਤੇ ਕਿਹੜੀ ਹੈਗੀ ਹੈ ਜਿਹੜੀ ਤੈਨੂੰ ਇੰਸ਼ੋਰੈਂਸ ਮਿਲ ਸਕਦੀ ਹੈਗੀ। ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ, ਰੈਂਟਨ ਗੁਰਦੁਆਰਾ ਸਾਹਿਬ 'ਚ ਕੈਂਪ ਲਾਇਆ ਸੀਗਾ, ਅਤੇ ਉੱਥੇ 400 ਦੇ ਕਰੀਬ ਅਸੀਂ ਲੋਕਾਂ ਨੂੰ ਇੰਸ਼ੋਰੈਂਸ ਦਵਾਇਆ ਸਟੇਟ ਤੋਂ। ਓਬਾਮਾ ਕੇਅਰ ਦੇ ਨਹੀਂ, ਸਟੇਟ ਤੋਂ ਜਿੰਨਾ ਕੋਲ ਉਹਨਾਂ ਕੋਲ ਇੰਸ਼ੋਰੈਂਸ ਹੀ ਹੈ ਨਹੀਂ ਸੀ। ਤੁਸੀਂ ਦੇਖੋ ਵੀ 400 ਪਰਿਵਾਰਾਂ ਕੋਲ ਇੰਸ਼ੋਰੈਂਸ ਹੀ ਨਹੀਂ ਸੀ। ਫਿਰ ਅਸੀਂ ਕੀ ਕਰਦੇ ਹੈਗੇ, ਜਿਹੜੇ ਆਫਿਸ ਹੈਗੇ ਆ ਸਟੇਟ ਦੇ, ਡਿਪਾਰਟਮੈਂਟ ਆਫ ਸੋਸ਼ਲ ਹੈਲਥ ਸਰਵਿਸ ਦੇ, ਪਬਲਿਕ ਹੈਲਥ ਵਾਲਿਆਂ ਦੇ, ਸਿਆਟਲ ਪਬਲਿਕ ਹੈਲਥ ਸੀਗੇ, ਉਹ ਆ ਕੇ ਆਪਣੇ ਸੈਟੇਲਾਈਟ ਆਫਿਸ ਲੈ ਕੇ ਆਉਂਦੇ ਉੱਥੇ ਕੈਂਪ ਦੇ ਵਿੱਚ। ਉਹਨਾਂ ਦੇ ਸੈਟੇਲਾਈਟ ਆਫਿਸ ਲੈ ਕੇ ਆਉਂਦੇ ਆ, ਅਤੇ ਨਾਲ ਆਫਿਸਰ ਬਹਿੰਦੇ ਆ, ਅਤੇ ਉਹਨਾਂ ਦੀ ਵੀ ਅਸੀਂ ਸਦਕੇ ਜਾਂਦੇ ਆ ਕਿ ਉਹ ਵੀ ਸ਼ਨੀਚਰਵਾਰ ਨੂੰ ਛੁੱਟੀ ਹੁੰਦੀ ਹੈ, ਉਹ ਵੀ ਵਾਲੰਟੀਅਰ ਕਰਦੇ ਆ। ਗੌਰਮੈਂਟ ਦੇ ਜਿਹੜੇ ਬੰਦੇ ਆ ਉਹ ਵੀ ਵਾਲੰਟੀਅਰਿੰਗ ਕਰਦੇ ਆ ਸੋਚ ਦੇ ਨਾਲ, ਤਾਂ ਕਿ ਉਹ ਸੈਚਰਡੇ ਗੌਰਮੈਂਟ ਦੇ ਕੰਮਾਂ ਤੋਂ ਬਾਅਦ ਦਾ ਜਿਹੜਾ ਟਾਈਮ ਹੈਗਾ ਆ ਉਹ ਇਸ ਕੰਮ ਚਲਾ ਸਕਣ। ਦੇਖੋ ਤੁਸੀਂ ਹੈ ਨਾ। ਸੋ ਉਹਨਾਂ ਨੂੰ ਉੱਥੇ ਮੈਡੀਕਲ ਕਾਰਡ ਉੱਥੇ ਮਿਲਦਾ, ਇਸ਼ੂਐਂਸ ਉੱਥੇ ਹੁੰਦੀ ਹੈ। ਮਤਲਬ ਬਾਅਦ ਸਰਕਾਰੀ ਦਫ਼ਤਰ ਇਹ ਨਹੀਂ ਕਿ ਫਾਰਮ ਭਰ ਗਿਆ ਤੇ ਲੈ ਗਿਆ ਤਾਂ ਤੁਹਾਨੂੰ ਕੱਲ੍ਹ ਨੂੰ ਪਰਸੋਂ ਦੱਸਾਂਗੇ। ਆਫਿਸ ਹੀ ਉੱਥੇ ਆ ਜਾਂਦੇ ਆ। ਡਿਪਾਰਟਮੈਂਟ ਆਫ ਸੋਸ਼ਲ ਹੈਲਥ ਸਰਵਿਸ ਦੇ, ਸਿਆਟਲ ਪਬਲਿਕ ਹੈਲਥ ਤੇ ਹੋਰ ਵੀ ਜਿੰਨੇ ਹੈਗੇ ਆ, ਮਲੀਨਾ ਹੈਲਥ ਵਾਲੇ ਹੈਗੇ ਆ, ਵੂਮਨ ਹੈਲਥ ਕੇਅਰ ਵਾਲੇ ਹੈਗੇ ਆ। ਸੋ ਇਹ ਸਾਰੇ ਅਸੀਂ ਉੱਥੇ ਆ ਜਾਂਦੇ ਹੈਗੇ। ਸੋ ਮੈਡੀਕਲ ਇੰਸ਼ੋਰੈਂਸ ਉੱਥੇ ਦਵਾਉਂਦੇ ਹੈਗੇ। ਇੱਕ ਬ੍ਰੈਸਟ ਕੈਂਸਰ ਦੇ ਜਿਹੜੇ ਹੈਗੇ ਆ, ਅਸੀਂ ਸਿਆਟਲ ਦੇ ਸੋਚ ਤੇ ਗੁਰਦੁਆਰਾ ਸਿੱਖ ਸੈਂਟਰ ਆਫ ਸਿਆਟਲ, ਅਸੀਂ ਸਿਆਟਲ ਦੇ ਵਿੱਚ ਸੂਜ਼ਨ ਕੋਮਨ ਜਿਹੜੀ ਸੰਸਥਾ ਹੈਗੀ ਹੈ ਬ੍ਰੈਸਟ ਕੈਂਸਰ ਦੀ, ਉਹਦੀ ਬੜੀ ਅਸੀਂ ਅਵੇਅਰਨੈਸ ਵਾਸਤੇ ਬਹੁਤ ਹੈਗੀ ਹੈ। ਸੋ ਉਸ ਦੇ ਵਿੱਚ ਅਸੀਂ ਸਭ ਤੋਂ ਬੜੀ ਟੀਮ ਹੈਗੀ ਸਿਆਟਲ ਦੇ ਵਿੱਚ। ਅਸੀਂ ਭਾਵੇਂ 0.5% ਬੰਦੇ ਹੈਗੇ ਆ, ਪਰ ਟੀਮ ਹੈ ਜਿਹੜੀ ਸਾਡੀ ਉਹ ਸਿਆਟਲ ਸਭ ਤੋਂ ਬੜੀ ਫੰਡ ਰੇਜ਼ਿੰਗ ਐਂਡ ਬਾਈ ਕਾਊਂਟਸ ਐਂਡ ਬਾਈ ਦ ਨੰਬਰਸ। ਅਤੇ ਉਹ ਸਾਨੂੰ ਇਨ ਰਿਟਰਨ, ਅਸੀਂ ਜੇ $10,000-11,000 ਉਹਨਾਂ ਨੂੰ ਫੰਡ ਰੇਜ਼ ਕਰਕੇ ਦਿੰਦੇ ਹਾਂ, ਤਾਂ ਉਹ ਸਾਨੂੰ ਸਵੀਡਿਸ਼ ਹਸਪੀਟਲ ਰਾਹੀਂ, ਮਲੀਨਾ ਹੈਲਥ ਕੇਅਰ ਦੇ ਰਾਹੀਂ, ਹੋਰ ਏਜੰਸੀਆਂ ਦੇ ਨਾਲ ਜੁੜੀਆਂ ਜਿਹੜੀਆਂ ਸੂਜ਼ਨ ਜੀ ਕੋਮਨ ਦੇ ਨਾਲ ਹੈਗੀਆਂ ਆ, ਉਹ ਸਾਡੇ ਫ੍ਰੀ ਮੈਡੀਕਲ ਪ੍ਰੋਗਰਾਮ ਲੈ ਕੇ ਆਉਂਦੇ ਆ।
ਸੋ ਅਸੀਂ 10-11 ਫੰਡ ਰੇਜ਼ ਕਰਕੇ ਕਮਿਊਨਿਟੀ ਦੇ ਲਈ 80-90 ਹਜ਼ਾਰ ਦਾ ਫਾਇਦਾ ਵਾਪਸ ਲਿਆਉਂਦੇ ਕੈਂਪ ਦੇ ਰੂਪ ਦੇ ਵਿੱਚ। ਉਹਦੇ ਵਿੱਚ ਸਭ ਤੋਂ ਬੜਾ ਜਿਹੜਾ ਆਉਂਦਾ ਹੈ ਕਿ ਬ੍ਰੈਸਟ ਕੈਂਸਰ ਹੈ, ਜਿਹੜੀ ਇੱਕ ਬੜੀ ਜਾਨਲੇਵਾ ਬਿਮਾਰੀ ਹੈਗੀ ਹੈ, ਖਾਸ ਕਰਕੇ ਭੈਣਾਂ ਲਈ ਲਗਾਤਾਰ ਵੱਧ ਰਹੀ ਹੈਗੀ ਆ। ਤੇ ਤੁਹਾਡੀ ਇੰਸ਼ੋਰੈਂਸ ਕੰਪਨੀ ਆ ਉਹ ਤੁਹਾਡਾ ਕਵਰ ਨਹੀਂ ਕਰਦੀ, ਜੇ ਹੈਗੀ ਵੀ ਆ ਅਨਲੈਸ ਯੂ ਆਰ 40 ਔਰ ਪਲੱਸ। ਇਹ ਇੱਕ ਬੜੀ ਆ। ਤੇ ਜਿਹਦੇ ਕੋਈ ਹੈ ਹੀ ਨਹੀਂ ਇੰਸ਼ੋਰੈਂਸ, ਉਹਨਾਂ ਦਾ ਕਵਰ ਹੈ ਹੀ ਨਹੀਂ। ਸੋ ਸਾਨੂੰ ਉਹ 25 ਮੈਮੋਗ੍ਰਾਮ ਐਵਰੀ 6 ਮੰਥ ਤੋਂ 50 ਮੈਮੋਗ੍ਰਾਮ ਸਾਲ ਦੇ ਆਫਰ ਕਰ ਦਿੰਦੇ ਆ। ਤੇ ਇੱਕ ਮੈਮੋਗ੍ਰਾਮ ਲਈ 2500 ਤੋਂ 3000 ਹੁੰਦਾ, ਹਿਸਾਬ ਤੁਸੀਂ ਲਾ ਲਓ। 1.5 ਲੱਖ ਦਾ ਸਾਨੂੰ ਉਹ ਕਮਿਊਨਿਟੀ 'ਚ ਅਸੀਂ ਵਾਪਸ ਲੈ ਕੇ ਆਉਂਦੇ ਹੈਗੇ। ਤੇ ਕਈ ਵਾਰੀ ਫਿਰ ਸਾਨੂੰ ਉਦੋਂ ਹੁੰਦਾ ਕਿ ਕਈ ਡਾਇਗਨੋਸ ਹੋ ਜਾਂਦੇ, ਫਿਰ ਉਹਨਾਂ ਦਾ ਇਲਾਜ ਵੀ ਹੁੰਦਾ। ਹੁਣ ਕਈ ਕੇਸਿਸ ਬਹੁਤ ਆ, 11-12 ਕੇਸਿਸ ਐਸੇ ਸੀਗੇ ਜਿਨ੍ਹਾਂ ਦਾ ਡਾਇਗਨੋਸ ਹੋਇਆ ਤੇ ਉਹਨਾਂ ਦੇ ਇਲਾਜ ਹੋਏ ਹੈਗੇ। ਫਿਰ ਅਸੀਂ ਉਸ ਹੈਲਥ ਤੇ ਵੈਲਫੇਅਰ ਦੇ ਵਿੱਚ ਕਮਿਊਨਿਟੀ ਦੇ ਵਿੱਚ ਸਾਡੇ ਬਜ਼ੁਰਗ ਸੀਗੇ, ਮਾਤਾਵਾਂ ਸੀਗੀਆਂ, ਜਿਹੜੇ ਕਿ ਬੇਬੀ ਸੈੱਟ ਕਰਕੇ ਰੋਟੀ ਪਾਣੀ ਖਾ ਰਹੇ ਸੀ, ਗੁਰਦੁਆਰੇ ਸੇਵਾ ਕਰਕੇ ਰੋਟੀ ਪਾਣੀ ਖਾ ਰਹੇ ਸੀਗੇ। ਉਹਨਾਂ ਨੂੰ ਅਸੀਂ ਹਾਊਸਿੰਗ ਦਵਾਈ, ਅੱਛਾ ਜੀ, ਘਰ-ਬਾਰ ਉਹਨਾਂ ਦਾ, ਠੀਕ ਨਹੀਂ। ਉਹਨਾਂ ਨੂੰ ਬੱਸ ਦੇ ਕਿਰਾਏ ਜਿਹੜੇ ਹੈਗੇ ਆ ਫ੍ਰੀ ਕਰਾਏ, ਔਰਤਾਂ ਵੱਲੋਂ ਹੈਗੇ ਆ, ਉਹਨਾਂ ਦੀ ਮੈਡੀਕਲ ਇੰਸ਼ੋਰੈਂਸ ਕਰਾਈ, ਠੀਕ ਨਹੀਂ। ਤੇ ਕਈ ਵਾਰੀ ਤਾਂ ਉਹਦਾ ਇੱਕ ਮਾਤਾ ਜੀ ਸੀਗੇ, ਉਹ ਰੋਂਦੇ ਆ ਗਏ, ਕਹਿੰਦੇ ਵੀ ਮੈਨੂੰ ਇਹ ਨਹੀਂ ਪਤਾ ਲੱਗਦਾ ਮੈਂ ਕੀ ਕਰਾਂ, ਵੀ ਤੁਸੀਂ ਇੰਨੀ ਮੇਰੀ ਅੱਜ ਕੀਤੀ ਹੈ, ਮੈਨੂੰ ਤਾਂ ਮੈਂ ਤਾਂ ਇੱਥੇ ਕਦੀ ਕਿਸੇ ਦੇ ਰਹਿ ਲਿਆ, ਕਦੀ ਕਿਸੇ ਦੇ ਰਹਿ ਲਿਆ। ਸੋ 10-11 ਬਜ਼ੁਰਗ ਮਾਤਾਵਾਂ ਐਸੇ ਸੀਗੇ ਜਿਨ੍ਹਾਂ ਕੋਲ ਘਰ-ਬਾਰ ਹੀ ਨਹੀਂ ਸੀ, ਤੇ ਐਫਰਟ ਕਰਕੇ ਅਸੀਂ ਰੱਖਿਆ, ਪਰ ਘਰੋਂ ਇੱਕ ਤਰ੍ਹਾਂ ਦਾ ਮਤਲਬ ਪਰਿਵਾਰਕ ਕਈ ਪ੍ਰੋਬਲਮ ਹੋ ਸਕਦੀ ਹੈਗੀ। ਸੋ ਉਹਨਾਂ ਨੂੰ ਅਸੀਂ ਹੈਲਥ ਐਂਡ ਵੈਲਫੇਅਰ ਦੇ ਵਿੱਚ ਇਹ ਅਸੀਂ ਮੈਡੀਕਲ ਕੈਂਪ ਵਗੈਰਾ ਲਾਉਂਦੇ ਹਾਂ। ਤੇ ਸੂਜ਼ਨ ਕੋਮਨ ਦਾ ਅਸੀਂ ਸਭ ਤੋਂ ਬੜੀ ਟੀਮ ਹੈਗੀ ਆ ਇਸ ਅਵੇਅਰਨੈਸ ਦੇ ਵਿੱਚ, ਅਸੀਂ ਉਹ ਪ੍ਰੋਗਰਾਮ ਕਰਦੇ। ਇੱਕ ਅਵੇਅਰਨੈਸ ਐਂਡ ਅਲਾਈਅੰਸ ਕਰਕੇ ਹੈ ਜਿਹਦੇ 'ਚ ਯੂਥ ਦਾ ਹੈਗਾ ਕਿ ਅਸੀਂ ਟੋਸਟ ਮਾਸਟਰ ਨਾਲ ਕੰਮ ਕਰਦੇ ਹੈਗੇ। ਟੋਸਟ ਮਾਸਟਰ ਇੱਕ ਐਸੀ ਏਜੰਸੀ ਹੈ ਜਿਹੜੀ ਕਿ ਬੱਚਿਆਂ ਨੂੰ ਪਬਲਿਕ ਸਪੀਕਿੰਗ ਲਈ, ਲੀਡਰਸ਼ਿਪ ਬਣਾਉਣ ਲਈ ਪ੍ਰੋਗਰਾਮ ਹੈਗੇ ਆ। ਤੇ ਉਹਦੇ ਨਾਲ ਅਸੀਂ ਕੰਮ ਕਰਦੇ ਤਾਂ ਕਿ ਆਪਣੇ ਜਿਹੜੇ ਬੱਚੇ ਹੈਗੇ ਆ ਉਹਨਾਂ 'ਚ ਲੀਡਰਸ਼ਿਪ ਆਵੇ। ਕੱਲ੍ਹ ਨੂੰ ਜੇ ਉਹਨੇ ਪੋਲੀਟੀਕਲ ਦਾਇਰੇ 'ਚ ਵੀ ਜਾਣਾ ਜਾਂ ਹੋਰ ਕਿਸੇ 'ਚ ਵੀ ਜਾਣਾ ਹੈਗਾ ਆ ਤਾਂ ਘੱਟੋ ਘੱਟ ਉਹਨਾਂ ਦੀ ਅਵੇਅਰਨੈਸ। ਸੋ ਅਵੇਅਰਨੈਸ ਇਜ਼ ਕੀ, ਕਿਸੇ ਜਿੰਨਾ ਇਸ ਦੁਨੀਆ ਦੇ ਉੱਤੇ ਜੇ ਅਵੇਅਰਨੈਸ ਆ ਜਾਵੇ ਨਾ ਤਾਂ ਸਾਰੇ ਦੁੱਖ ਕੱਟ ਜਾਣ। ਤੇ ਉਹਦੇ ਵਿੱਚ ਫਿਰ ਬੱਚਿਆਂ ਨੂੰ ਕੀ ਕੋਈ ਸਪੈਸ਼ਲ ਟ੍ਰੇਨਿੰਗਸ ਹੈਗੀਆਂ? ਟ੍ਰੇਨਿੰਗ ਹੈਗੀ ਆ, ਉਹ ਸਾਡੇ ਵਾਸ਼ਿੰਗਟਨ ਸਟੇਟ ਤੇ ਜਿਹੜੇ ਸਾਡਾ ਸੈਂਟਰ ਹੈਗਾ ਆ ਟੋਸਟ ਮਾਸਟਰ ਦਾ, ਸਾਡੇ ਬੱਚੇ ਆ ਜਿਹੜੇ ਵਾਸ਼ਿੰਗਟਨ ਸਟੇਟ 'ਚ ਨੰਬਰ 1 ਆਏ ਹੈਗੇ। ਮਤਲਬ ਸਟੇਟ ਲੈਵਲ ਦੇ ਕੰਪੀਟੀਸ਼ਨ ਕੀ ਕਾਹਦੇ ਸਪੀਕਿੰਗ ਕੀ? ਇਹ ਪਬਲਿਕ ਸਪੀਕਿੰਗ, ਭਾਸ਼ਣ ਦੇਣਾ ਜਾਂ ਲੈਕਚਰ ਕਰਨਾ, ਮਤਲਬ ਕ੍ਰੀਏਟਿਵਨੈਸ ਹੋਣੀ ਆ। ਮਤਲਬ ਇੱਕ ਮੋਰਲ ਬੂਸਟ ਕਰਨ ਵਾਲੀ ਗੱਲ, ਮੋਰਲ ਬੂਸਟ। ਹਾਂ, ਕਿਉਂਕਿ ਇੱਕ ਬੱਚੇ ਨੂੰ ਤੁਸੀਂ ਕਹਿ ਦੇਣਾ ਪਏ ਪਰਸਨੈਲਿਟੀ ਡਿਵੈਲਪਮੈਂਟ ਹੋ ਗਈ, ਇਨਹੈਂਸਮੈਂਟ, ਇਨਕਰੇਜਮੈਂਟ, ਕਿਉਂਕਿ ਪ੍ਰਮਾਤਮਾ ਨੇ, ਕੁਦਰਤ ਨੇ ਕਈ ਕੁਛ ਤਾਂ ਤੁਹਾਨੂੰ ਦੇ ਕੇ ਭੇਜਿਆ ਇੱਥੇ, ਕਈ ਤੱਕ ਕੁਛ ਤੁਸੀਂ ਉੱਭਰ ਜਾਂਦਾ ਹੈ ਤੇ ਕਈਆਂ ਨੂੰ ਤੁਹਾਨੂੰ ਜ਼ੋਰ ਲਾਉਣਾ ਪੈਂਦਾ ਤੇ ਤੁਹਾਡੇ ਅੰਦਰ ਹੀ ਹੁੰਦਾ। ਇਹੀ ਤੁਹਾਡਾ ਇਹ 'ਚ ਆ ਗਿਆ ਇਕੁਐਲਿਟੀ ਐਂਡ ਵਨਨੈਸ। ਇਕੁਐਲਿਟੀ ਵਨਨੈਸ ਦੇ ਵਿੱਚ ਕਿ ਅਸੀਂ ਕਿ ਐਂਟੀ ਬੁਲਿੰਗ ਥੋੜਾ ਜਿਹਾ ਪ੍ਰੋਗਰਾਮ ਸ਼ੁਰੂ ਹੋਇਆ ਸੀ, ਬੰਦ ਹੋ ਗਿਆ, ਤੇ ਹੁਣ ਫਿਰ ਦੁਬਾਰਾ ਸ਼ੁਰੂ ਕਰਾਂਗੇ ਕਿ ਐਂਟੀ ਬੁਲਿੰਗ ਹੈ ਜਿਹੜੀ ਕਿ ਬੱਚਿਆਂ ਦੇ ਸਕੂਲਾਂ ਦੇ ਵਿੱਚ ਅਵੇਅਰਨੈਸ ਦੇਣੀ ਕਿ ਮੁਸਲਮਾਨ ਦਾ ਬੱਚਾ ਹੈ ਜਾਂ ਕਿਸੇ ਦਾ ਵੀ ਹੈਗਾ ਆ, ਅਪੀਅਰੈਂਸ ਅੱਡ ਹੈਗੀ ਆ, ਪਰ ਤੁਸੀਂ ਉਹਨੂੰ ਬੁਲਿੰਗ ਨਹੀਂ ਕਰ ਸਕਦੇ ਹੈਗੇ। ਲਾਅ ਵੀ ਹੈਗਾ ਆ, ਤੇ ਅਸੀਂ ਅਵੇਅਰਨੈਸ ਲਿਆਉਂਗੇ ਤਾਂ ਹੀ ਨਾਲ ਕਿ ਬੰਦੇ ਸਰਪ੍ਰੈਸਡ ਹੋਏ ਆ ਕਿ ਯਾਰ ਚਲੋ ਘਰ ਬਹਿ ਜੇ ਉਹਨੇ ਕਰਤਾ ਵਾ ਕੁਛ ਤੇ ਕੋਈ ਗੱਲ ਨਹੀਂ, ਚੁੱਪ ਕਰ ਜਾਓ, ਬੁੱਕਲ ਮਾਰ ਕੇ ਬਹਿ ਜਾਓ, ਨਹੀਂ, ਤੁਹਾਡੀ ਆਵਾਜ਼ ਬੁਲੰਦ, ਖਾਸ ਕਰਕੇ ਇਸ ਦੇਸ਼ ਦੀ। ਜੋ ਗੁਰੂ ਨਾਨਕ ਦੇਵ ਜੀ ਨੇ ਵੀ ਮੇਰੇ ਖਿਆਲ 'ਚ ਜਿੱਥੇ ਬੀਜੇ ਸੀ, ਉਹ ਪਤਾ ਨਹੀਂ ਇਹ ਖੁਸ਼ਬੂ ਇੱਥੇ ਆਏ ਉਹਨਾਂ ਦੀ, ਇਸ ਇੱਕ ਸੋਚਣ ਦੀ ਗੱਲ ਹੈਗੀ ਆ। ਤੇ ਦੂਸਰਾ ਇਹ ਹੈ ਕਿ ਅਸੀਂ ਆਉਣ ਵਾਲੇ ਜਿਹੜੇ ਪ੍ਰੋਗਰਾਮ ਹੈਗੇ ਆ ਸਾਡੇ, ਉਹਨਾਂ ਦੇ ਵਿੱਚ 2 ਪ੍ਰੋਗਰਾਮ ਬੜੇ ਅਹਿਮ ਹੈਗੇ ਆ ਕਿ ਇੱਕ ਤਾਂ ਹੈਗਾ ਮੈਚ ਬੀ ਮੈਚ ਹੈ ਕਿ ਸਾਡੇ ਆਉਣ ਵਾਲੇ ਜਿਹੜੇ ਇਲਾਜ ਹੈਗੇ ਉਹ ਸਟੈਮ ਸੈੱਲ ਰਾਹੀਂ ਹੋਣੇ ਹੈਗੇ। ਇਹ ਚੱਲਣਾ ਸ਼ੁਰੂ ਹੋ ਗਿਆ। ਟ੍ਰੀਟਮੈਂਟ ਕਈ ਜਗ੍ਹਾ ਹੈ ਲੇਕਿਨ ਕਾਸਟਲੀ ਬਹੁਤ ਹੈ, ਐਕਸਪੈਂਸਿਵ ਹੈ। ਚਲੋ ਜਿਹੜੀ ਅੱਜ ਦੀ ਟੈਕਨੋਲੋਜੀ ਕੱਲ ਨੂੰ ਹੋਰ ਆਊਗੀ, ਉਹਨਾਂ ਐਨਹਾਂਸਮੈਂਟ ਤਾਂ ਇਹ ਵੀ ਸ਼ੁਰੂ ਕਰ ਰਹੇ। ਹੁਣ ਇਹ ਆ ਵੀ ਮੰਨ ਲਓ ਵੀ ਮੈਂ ਬਿਮਾਰ ਹੁੰਦਾ, ਮੈਨੂੰ ਕੈਂਸਰ ਹੋ ਜਾਂਦੀ, ਠੀਕ ਹੈ, ਹੁਣ ਮੈਂ ਕਹਿਣਾ ਵੀ ਮੇਰਾ ਸਟੈਮ ਸੈੱਲ ਲੱਭੋ ਵੀ ਕਿੱਥੋਂ। ਹੁਣ ਮੋਰੇ ਸਾਡੇ ਕੋਲ ਕੋਈ ਡਾਟਾ ਹੋਊ ਤਾਂ ਕੋਈ ਮੇਰਾ ਮੈਚ ਲੱਭੂ, ਤੇ ਜਾਂ ਮੈਂ ਕਹੂੰਗਾ ਅਖਬਾਰ 'ਚ ਕੱਢੂੰਗਾ ਵੀ ਮੈਂ ਬਿਮਾਰ ਹੋਇਆ, ਮੈਨੂੰ ਸਟੈਮ ਸੈੱਲ ਦਿਓ,
ਰਾਈਟ। ਕਿੰਨੇ ਕੁ ਆ ਜਾਣਗੇ? 10 ਆ ਜਾਣਗੇ, 50 ਆ ਜਾਣਗੇ, 100 ਆ ਜਾਊਗਾ। ਜੇ ਇਹ ਵੀ ਜ਼ਰੂਰੀ ਨਹੀਂ, ਇਹ ਵੀ ਜ਼ਰੂਰੀ ਨਹੀਂਗਾ। ਤੇ ਜੇ ਫੇਸਬੁੱਕ ਤੇ ਵੀ ਜਾਂ ਹੋਰ ਕਿਤੇ ਵੀ ਪਾਉਂਗੇ ਕੋਈ ਜ਼ਰੂਰੀ ਨਹੀਂਗਾ, ਠੀਕ ਹੈ। ਬੰਦੇ ਪੜ੍ਹ ਕੇ ਗਾਂ ਕਰੀ ਜਾਣਗੇ, ਕੋਈ ਸਟੈਮ ਸੈੱਲ ਦੇਣ ਆਊਗਾ ਤਾਂ ਹਾਂ ਮੈਚ ਕਿੱਦਾਂ ਕਰੋਗੇ। ਸੋ ਸਾਡੀ ਡੇਟਾ ਬੈਂਕ ਹੋਣਾ ਬਹੁਤ ਜ਼ਰੂਰੀ ਆ। ਸੋ ਅਸੀਂ ਇੱਕ ਹੁਣ ਇਹ ਮੁਹਿੰਮ ਚਲਾਵਾਂਗੇ ਸਾਰੇ ਗੁਰਦੁਆਰੇ, ਮੰਦਿਰ ਤੇ ਮਸਜਿਦਾਂ, ਤਾਂ ਕਿ ਜਿਹੜਾ ਇਹ ਮੈਚ ਹੈਗਾ ਆ ਨਾ ਤੁਹਾਡਾ ਸਟੈਮ ਸੈੱਲ ਦਾ ਜਿਹੜਾ ਤੁਹਾਡਾ ਮੈਚ ਹੈਗਾ ਆ, ਇਹ ਮੋਸਟਲੀ ਤੁਹਾਡਾ ਓਰੀਜਨ ਦੇ ਨਾਲ ਜ਼ਿਆਦਾ ਮੈਚ ਕਰਦਾ ਜਿੱਥੋਂ ਤੁਸੀਂ ਆਏ ਹੈਗੇ। ਸੋ ਇਹਨਾਂ ਦੇ ਵਿੱਚ ਆਪਾਂ ਸਾਰੇ ਕਰਨਾ ਹੈਗਾ ਕਿ ਉਹ ਸਿਰਫ ਹੈ ਨਹੀਂ ਸਲਾਈਵਾ ਲੈਣਾ, ਸਲਾਈਵਾ ਲੈ ਕੇ ਤੁਸੀਂ ਰਜਿਸਟ੍ਰੇਸ਼ਨ ਹੋ ਜਾਂਦੀ ਤੁਹਾਡੀ। ਅੱਛਾ ਜੀ। ਤੇ ਤੁਹਾਡੀ ਉਹ ਡੇਟਾ ਇਕੱਠਾ ਬੈਂਕ ਡੇਟਾ ਉਹ ਇਕੱਠਾ ਹੋਈ ਜਾਂਦਾ ਹੈਗਾ। ਤੇ ਕੱਲ ਨੂੰ ਜੇ ਤੂੰ ਕੋਈ ਬਿਮਾਰ ਹੁੰਦਾ ਤੇ ਪਤਾ ਹੋਊਗਾ ਵੀ ਮੇਰਾ ਮੈਚ ਹੈ ਕੈਲੀਫੋਰਨੀਆ ਬੈਠਾ, ਮੇਰਾ ਮੈਚ ਨਿਊਯਾਰਕ ਬੈਠਾ, ਜਾਂ ਮੇਰਾ ਮੈਚ ਕੈਨੇਡਾ 'ਚ ਬੈਠਾ, ਜਾਂ ਮੇਰਾ ਕਿਤੇ ਵੀ ਬੈਠਾ। ਇਹ ਬਹੁਤ ਵੱਡਾ ਇਨੀਸ਼ੀਏਟਿਵ ਹੈ, ਬੜਾ। ਤੇ ਸਾਰੇ ਬੰਦੇ ਸਲਾਈਵਾ ਦੇ ਕੇ ਟੈਸਟ ਕਰਨਗੇ, ਕੋਈ ਇਹ ਵੀ ਨਹੀਂ ਗਾ ਕੋਈ ਇੰਜੈਕਸ਼ਨ ਹੈ ਜਾਂ ਕੋਈ ਟਿਊਬਿੰਗ ਲਾਉਣੀ ਹੈਗੀ ਆ। ਤੇ ਉਸ ਤੋਂ ਬਾਅਦ ਜੇ ਕੋਈ ਤੁਸੀਂ ਤੁਹਾਡਾ ਡੋਨੇਟ ਮੰਗੂਗਾ ਡੋਨੇਸ਼ਨ ਲਈ, ਤੇ ਤੁਸੀਂ ਉਹ ਵੀ ਤੁਹਾਡੀ ਮਰਜ਼ੀ ਤੁਸੀਂ ਦੇਣਾ ਕਿ ਨਹੀਂ ਦੇਣਾ, ਪਰ ਘੱਟੋ ਘੱਟ ਤੁਹਾਡੇ ਅੰਦਰ ਆਵਾਜ਼ ਤਾਂ ਆਊਗੀ ਕਿ ਯਾਰ ਮੇਰਾ ਸੈੱਲ। ਲੇਕਿਨ ਤੁਸੀਂ ਅਵੇਅਰ ਇਹੀ ਮੋਟਿਵ ਜਿਹੜਾ ਲੈ ਕੇ ਇਨੀਸ਼ੀਏਟਿਵ ਜਿਹੜਾ ਹੈਗਾ, ਇੱਕ ਤਾਂ ਬੈਂਕ ਡਾਟਾ ਬੈਂਕ ਬਣਾਉਣਾ, ਇਹ ਡਾਟਾ ਬੈਂਕ, ਦੂਸਰਾ ਅਵੇਅਰਨੈਸ ਵੀ ਇੱਕ ਸਟੈਮ ਸੈੱਲ ਨਾਲ ਕਿੱਦਾਂ ਜਾਨ ਬਚ ਸਕਦੀ ਹੈ ਜੇ ਕਿਸੇ ਦੀ। ਮੈਂ ਦੱਸਾਂ, ਆਪਾਂ ਕਹਿ ਦਿੰਦੇ ਆ ਕਿ ਯਾਰ ਮੈਨੂੰ ਨਹੀਂ ਹੋਣਾ, ਕੋਈ ਗੱਲ ਨਹੀਂ, ਮੈਨੂੰ ਕੋਈ ਸਲਾਈ ਦੀ ਜ਼ਰੂਰਤ। ਮੈਂ ਕਿ ਦੱਸਾਂ, ਜੇ ਆਪਾਂ ਕੋਲ ਡਾਟਾ ਇਕੱਠਾ ਨਹੀਂਗਾ ਨਾ, ਅੱਜ ਤੋਂ 5-7 ਸਾਲ ਨੂੰ ਸਾਨੂੰ ਅਸੀਂ ਬਹੁਤ ਮੁਸੀਬਤ 'ਚ ਰਵਾਂਗੇ। ਸੋ ਅਸੀਂ ਕੋਸ਼ਿਸ਼ ਇਹ ਕਰਾਂਗੇ ਸਾਰੇ ਗੁਰਦੁਆਰੇ ਯੂਨਾਈਟਿਡ ਸਟੇਟ ਦੇ, ਕੈਨੇਡਾ ਦੇ, ਮਤਲਬ ਹੈ ਤਾਂ ਮੁਹਿੰਮ ਬਹੁਤ ਬੜੀ ਹੈਗੀ, ਬਹੁਤ ਵੱਡੀ ਮੁਹਿੰਮ, ਪਰ ਵੀ ਆਰ ਵਿਲਿੰਗ ਟੂ ਅਪਰੋਚ, ਹੈ ਕਿ ਨਹੀਂ। ਤੇ ਉੱਥੇ ਜਾ ਕੇ ਸਿਰਫ ਇਹ ਹੈ ਕਿ ਵਾਲੰਟੀਅਰ ਚਾਹੀਦੇ ਹੈਗੇ ਆ। ਸੋ ਮੇਰੇ ਖਿਆਲ 'ਚ ਇਸ ਪ੍ਰੋਗਰਾਮ ਦਾ ਮੇਨ ਮਕਸਦ ਇਹੀ ਹੈਗਾ ਕਿ ਇਹ ਨਹੀਂ ਕਿ ਸੋਚ ਦੀ ਅਸੀਂ ਐਡਵਰਟਾਈਜ਼ ਕਰਨੀ ਹੈਗੀ ਆ। ਸੋਚ ਦੇ ਜਿਹੜੇ ਪਿਲਰ ਹੈਗੇ ਆ ਸਾਡੇ, ਉਹ ਵਾਲੰਟੀਅਰ ਹੈ। ਮੇਰੇ ਵਰਗਾ ਇਨਸਾਨ ਦੀ ਜ਼ਿੰਦਗੀ ਉਹਨਾਂ ਨੇ ਸਹੀ ਕੀਤੀ। ਉਹ ਮੇਰੇ ਕੋਈ ਆਗੂ ਨਹੀਂ ਗਾ, ਕੋਈ ਇੱਦਾਂ ਦੀ ਨਹੀਂ ਗੱਲ ਹੈਗੀ। ਸਾਡੇ ਜਿਹੜੇ ਇਨੀਸ਼ੀਏਟਰ ਹੈ ਉਹਨਾਂ ਨੂੰ ਸਲਾਮ ਆ। ਸਾਡੇ ਜਿਹੜੇ ਫਾਈਨੈਂਸ਼ੀਅਲ ਪਿਲਰ ਹੈਗੇ ਆ, ਜਿਹੜੇ ਸਪਾਂਸਰ ਹੈਗੇ ਆ, ਉਹਨਾਂ ਦਾ ਪ੍ਰਮਾਤਮਾ ਦੀ ਬਹੁਤ ਉਹਨਾਂ ਨੂੰ ਹੋਰ ਦੇਵੇ, ਤਾਂ ਕਿ ਉਹ ਆਪਣਾ ਜਿਹੜੀ ਕਮਾਈ ਆ, ਸੱਚੀ ਕਮਾਈ, ਉਹ ਚੰਗੇ ਪਾਸੇ ਲਾ ਸਕਣ। ਤੇ ਇਹ ਸਟੈਮ ਸੈੱਲ ਦਾ ਜਿਹੜਾ ਹੈਗਾ ਹੈ, ਬਹੁਤ ਵੱਡਾ ਇਨੀਸ਼ੀਏਟਿਵ ਹੈ ਜੀ। ਵੀ ਅਸੀਂ ਕਹਿੰਦੇ ਜਿੱਦਾਂ ਸੋਚ ਨੇ ਸਾਰੇ ਇਨੀਸ਼ੀਏਟਿਵ, ਜੇ ਸੋਚ ਦੀ ਸੋਚ ਹੀ ਇਹ ਸੀਗੀ ਵੀ ਆਪਾਂ ਕਾਮਯਾਬ ਹੋਣਾ ਵਾ, ਤੇ ਹੋ ਗਏ, ਤੇ ਇਸੇ 'ਚ ਵੀ ਤੁਸੀਂ ਕਾਮਯਾਬ ਹੋ ਜਾਣਾ। ਉਹਦੇ ਵਿੱਚ ਤੁਹਾਡਾ ਵੀ ਹੈਗਾ ਆ ਕਿ ਮੈਂ ਨਹੀਂ ਕਹਿ ਰਿਹਾ ਭਈ ਪਲੱਸ ਮਾਈਨਸ ਕੀ ਆ, ਇਹ 'ਚ ਤੁਹਾਡਾ ਯੋਗਦਾਨ ਵੀ ਆ, ਤੁਹਾਡੇ ਚੈਨਲ ਦਾ, ਤੁਹਾਡਾ ਖਾਸ ਕਰਕੇ ਸਿਆਟਲ 'ਚ ਆਏ ਹੈਗੇ ਆ, ਇਹ ਤੁਹਾਡੀ ਵੀ ਸੇਵਾ ਆ। ਕਿਉਂਕਿ ਤੁਸੀਂ, ਮੈਂ ਚੈਨਲ ਤੇ ਕਹਿ ਰਿਹਾ ਹੈਗਾ ਕਿ ਅਸੀਂ ਤੁਹਾਨੂੰ ਪੈਸੇ ਨਹੀਂ ਦੇ ਰਹੇ ਹੈਗੇ ਕੁਝ ਪ੍ਰੋਗਰਾਮ ਕਰਨ ਲਈ, ਤੁਸੀਂ ਪਾਉਣਾ ਜਾਂ ਨਹੀਂ ਪਾਉਣਾ, ਪਰ ਕੱਟ ਕਰ ਦਿਓ ਜਾਂ ਨੂੰ ਨਾ ਰੱਖਿਓ, ਪਰ there is no money exchange। ਸੇਵਾ ਹੈਗੀ ਆ, ਸਿਰਫ ਅਵੇਅਰਨੈਸ ਲਿਆਉਣ ਲਈ। ਸਾਡਾ ਮਕਸਦ ਸਿਰਫ ਇੰਨਾ ਵਾ ਕਿ ਇੱਕ ਤਾਂ ਅਵੇਅਰਨੈਸ ਲਿਆਂਦੀ ਜਾਵੇ, ਕਮਿਊਨਿਟੀ ਦਾ ਕਿੱਦਾਂ ਫਾਇਦਾ ਹੋ ਸਕੇ। ਸਾਡੇ ਚੈਨਲ ਦਾ ਮਕਸਦ ਸਿਰਫ ਇਹੀ ਹੈ। ਤੁਸੀਂ ਸਾਡੇ ਪ੍ਰੋਗਰਾਮ ਦੇਖੋਗੇ, ਉਹਨਾਂ 'ਚ ਹਮੇਸ਼ਾ ਇਹੀ ਦੱਸਿਆ ਜਾਊਗਾ। ਕੋਈ ਸਾਡੀਆਂ ਨਿਊਜ਼ ਸਟੋਰੀਜ਼ ਵੀ ਹੁੰਦੀਆਂ ਵੀ ਪੰਜਾਬੀ ਕਮਿਊਨਿਟੀ ਨਾਲ ਰਿਲੇਟਡ ਹੁੰਦੀਆਂ, ਤਾਂ ਕਿ ਕਮਿਊਨਿਟੀ ਦੇ ਵਿੱਚ ਅਵੇਅਰਨੈਸ ਹੋਵੇ ਕਿਸੇ ਵੀ ਕਿੱਤੇ ਦੇ ਵਿੱਚ। ਜੇ ਹੁਣ ਹਰ ਕਿੱਤੇ ਦੇ ਵਿੱਚ ਤਾਂ ਅਸੀਂ ਹੈਗੇ ਹੀ ਆ, ਸੋਸ਼ਲ ਸਰਵਿਸ 'ਚ ਵੀ ਅਸੀਂ ਹੈਗੇ ਆ, ਇਹ ਨਹੀਂ ਹੈਗਾ, ਕਿਉਂਕਿ ਪੰਜਾਬੀ ਜਿੱਥੇ ਵੀ ਆ ਉਹ ਇਹਦੇ ਨਾਲ ਜੁੜੇ ਹੋਏ ਨੇ। ਅਸੀਂ ਕਹਿੰਦੇ ਵੱਧ ਤੋਂ ਵੱਧ ਇਨਸਾਨੀਅਤ ਦੀ ਸੇਵਾ ਹੋਵੇ। ਅਸੀਂ ਉਹੀ ਮਕਸਦ ਲੈ ਕੇ ਅੱਜ ਤੁਹਾਡੇ ਨਾਲ ਇਹ ਮੁਲਾਕਾਤ ਕੀਤੀ ਹੈ। ਤੇ ਹੁਣ ਸਮਾਂ ਥੋੜਾ ਜਿਹਾ ਬ੍ਰੇਕ ਲੈਣ ਦਾ ਹੈ। ਬ੍ਰੇਕ ਤੋਂ ਬਾਅਦ ਫਿਰ ਤੁਹਾਡੇ ਨਾਲ ਗੱਲਬਾਤ ਚੱਲਦੇ ਹਾਂ। ਕਿਤੇ ਜਾਈਓ ਨਾ ਜੀ, ਬਹੁਤ ਜਲਦੀ ਫਿਰ ਹਾਜ਼ਰ ਹੁੰਦੇ ਹਾਂ। ਬ੍ਰੇਕ ਤੋਂ ਬਾਅਦ ਤੁਹਾਡਾ ਇੱਕ ਵਾਰ ਫਿਰ ਸਵਾਗਤ ਹੈ। ਚਰਚਾ ਦਾ ਵਿਸ਼ਾ ਸੀ ਸਮਾਜ ਸੇਵਾ। ਸੋਚ ਸੰਸਥਾ ਜਿਹੜੀ ਹੈ ਵਾਸ਼ਿੰਗਟਨ ਦੀ ਹੈ, ਉਹ ਲਗਾਤਾਰ ਇਨਸਾਨੀਅਤ ਦੇ ਕਾਰਜਾਂ ਵਿੱਚ ਰੁੱਝੀ ਹੋਈ ਹੈ, ਕਈ ਤਰ੍ਹਾਂ ਦੇ ਇਨੀਸ਼ੀਏਟਿਵ ਲੈ ਕੇ ਅੱਗੇ ਵਧੀ ਹੋਈ ਹੈ। ਬਲਵੰਤ ਜੀ, ਆਪਾਂ ਚਰਚਾ, ਤੁਸੀਂ ਆਪਣੇ ਸੋਚ ਦੇ ਇਨੀਸ਼ੀਏਟਿਵਸ ਬਾਰੇ ਦੱਸਿਆ ਵੀ ਕਿਹੜੇ-ਕਿਹੜੇ ਇਨੀਸ਼ੀਏਟਿਵਸ ਤੁਸੀਂ ਲਏ ਹੋਏ ਨੇ, ਕਰ ਰਹੇ ਹੋ, ਔਰ ਕਈ ਜਿਹੜੇ ਇੱਕ ਪਾਈਪਲਾਈਨ 'ਚ ਨੇ ਉਹਨਾਂ ਬਾਰੇ ਵੀ ਵਿਚਾਰ ਚੱਲ ਰਹੀ ਹੈ। ਸਭ ਤੋਂ ਵੱਡਾ ਇਸ਼ੂ ਇਹ ਹੈ, ਸਾਡੀਆਂ ਬਹੁਤ ਜਥੇਬੰਦੀਆਂ ਨੇ, ਸਿੱਖ ਜਥੇਬੰਦੀਆਂ, ਪੰਜਾਬੀ ਜਥੇਬੰਦੀਆਂ, ਹਿੰਦੁਸਤਾਨ ਨਾਲ ਜੁੜੀਆਂ ਜਥੇਬੰਦੀਆਂ ਜਿਹੜੀਆਂ ਸੋਸ਼ਲ ਸਰਵਿਸਿਜ਼ 'ਚ ਲੱਗੀਆਂ ਹੋਈਆਂ। ਬਲੱਡ ਡੋਨੇਸ਼ਨ ਕੈਂਪਸ ਹੁੰਦੇ ਨੇ, ਜਾਂ ਹੋਮਲੈਸ ਨੂੰ ਫੂਡ ਖਵਾਉਣਾ ਹੁੰਦਾ, ਫੂਡ ਸਰਵ ਕਰਨਾ ਹੁੰਦਾ, ਇਹੋ ਜਿਹੀਆਂ ਕਈ ਹੈਗੀਆਂ। ਤੁਸੀਂ ਕਿੱਦਾਂ ਕਹਿੰਦੇ ਹੋ ਵੀ ਲੋਕ ਜ਼ਿਆਦਾ ਤੋਂ ਜ਼ਿਆਦਾ ਸਮਾਜ ਸੇਵਾ ਦੇ ਖੇਤਰ ਵਿੱਚ ਆਉਣ, ਆਪਣੇ ਕਿੱਤੇ ਦੇ ਨਾਲ ਨਾਲ, ਜੋ ਉਹਨਾਂ ਦਾ ਕਿੱਤਾ ਵੀ ਹੈਗਾ ਵਾ ਉਹਨੂੰ ਵੀ ਨਾਲ ਰੱਖਣ, ਤੇ ਕੁਝ ਸਮਾਂ ਸਮਾਜ ਸੇਵਾ ਦੇ ਖੇਤਰ ਵਿੱਚ ਵੀ ਆਉਣ? ਕਿੱਦਾਂ ਤੁਸੀਂ ਕੀ ਸਲਾਹ ਦਿੰਦੇ ਹੋ ਲੋਕਾਂ ਨੂੰ? ਸਲਾਹ ਤਾਂ ਦੇਣੀ ਇਹ ਹੈ ਕਿ ਕੋਈ ਵੀ ਚੀਜ਼ ਹੈ ਨਾ, ਉਹ ਚੈਲੰਜ ਤੋਂ ਬਿਨਾਂ ਨਹੀਂ ਉੱਠਦੀ। ਸੋ ਆਪਣੇ ਆਪ ਨੂੰ ਚੈਲੰਜ ਕਰਨਾ ਬਹੁਤ ਜ਼ਰੂਰੀ ਹੈਗਾ ਕਿ ਤੁਸੀਂ ਤੁਲਨਾ 'ਚ ਆ ਕੇ ਆਪਣੀ ਤੁਲਨਾ, ਜੇ ਮੈਂ ਆਪਣੀ ਸਿਫਤ ਆਪ ਹੀ ਕਰੀ ਗਿਆ ਨਾ, ਤਾਂ ਮੈਨੂੰ ਇਹ ਨਹੀਂ ਪਤਾ ਲੱਗਣਾ ਕਿ ਮੈਂ ਕੌਣ ਆ।
ਇਹ ਸਭ ਤੋਂ ਬੜਾ ਇੱਕ ਦੁਖਾਂਤ ਹੈ ਇਨਸਾਨ ਲਈ, ਇੰਡੀਵਿਜੂਅਲ ਤੌਰ ਤੇ ਵੀ ਤੇ ਕਮਿਊਨਿਟੀ ਦੇ ਤੌਰ ਤੇ ਵੀ। ਜਦੋਂ ਆਪਣੀ ਕਮਿਊਨਿਟੀ ਦੀ ਅਸੀਂ ਆਪੇ ਹੀ ਸਿਫਤਾਂ ਬਾਲੀਆਂ ਕਰ ਲਈਏ ਨਾ ਤਾਂ ਅਸੀਂ ਸੋਚਦੇ ਹਾਂ ਅਸੀਂ ਬਹੁਤ ਬੜੇ ਹੋ ਗਏ, ਜਿੰਨਾ ਚੱਕ ਕੇ ਤੁਸੀਂ ਬਾਹਰੋਂ ਨਹੀਂ ਦੇਖਦੇ ਕਿ ਬਾਹਰ ਕੀ ਹੋ ਰਿਹਾ ਹੈਗਾ। ਗੱਲ ਸਮਝੇ ਕਿ ਨਹੀਂ? ਤੇ ਇਦਾਂ ਹੀ ਮੈਂ ਅੰਦਰ ਬੈਠਾ ਜੇ ਆਪਣੇ ਆਪ ਨੂੰ ਮੈਂ ਤਗਮੇ ਤੇ ਸ਼ੀਲਡਾਂ ਦੇਈ ਚੱਲਾਂ, ਪ੍ਰੇਜ਼ ਕਰੀ ਚੱਲਾਂ, ਮੈਨੂੰ ਤਾਂ ਹੁਣ ਬਹੁਤ ਪਤਾ ਲੱਗ ਗਿਆ ਉਹ ਗੱਲ ਨਹੀਂ ਹੈਗੀ। ਐਂਡ ਆਫ ਦਾ ਡੇ ਇਹ ਹੋਣਾ ਕਿ ਦੋ ਸੱਚਾਈਆਂ ਜੀਵਨ ਦੀ ਹੈਗੀਆਂ ਕਿ ਤੁਸੀਂ ਜੰਮੇ ਸੀ ਤੇ ਤੁਸੀਂ ਜਾਣਾ ਹੈ, ਉਹਦੇ ਵਿਚਲਾ ਜਿਹੜਾ ਹਿੱਸਾ ਆ ਉਹ ਤੁਹਾਡਾ ਜੀਵਨ ਹੈ। ਉਹ ਤੁਸੀਂ ਕਿੱਦਾਂ ਲਗਾਉਣਾ, ਉਹ ਕਿੱਦਾਂ ਨਿਭਾਉਣਾ ਹੈ? ਕਰਜ਼ਾ ਲੈ ਕੇ ਆਏ ਆ, ਗੁਰਬਾਣੀ ਵੀ ਕਹਿੰਦੀ ਆ, ਕੁਰਾਨ ਵੀ ਕਹਿੰਦੀ ਆ, ਵੇਦ ਵੀ ਕਹਿੰਦੇ ਆ, ਬਾਈਬਲ ਵੀ ਕਹਿੰਦੀ ਆ। ਕਰਜ਼ਾ ਲੈ ਕੇ ਆਏ ਤੁਸੀਂ, ਤੁਹਾਡਾ ਜ਼ੋਰ ਨਹੀਂ ਲੱਗਾ, ਨਾ ਮੇਰਾ ਲੱਗਾ, ਨਾ ਤੁਹਾਡਾ ਲੱਗਾ। ਕਰਜ਼ਾ ਲਾ ਕੇ ਜਾਣਾ ਕਿ ਕਰਜ਼ਾ ਨਾਲ ਲੈ ਕੇ ਜਾਣਾ? ਗੁਰਬਾਣੀ 'ਚ ਆਇਆ ਹੈਗਾ ਕਿ ਦੌਲਤਾਂ ਕਮਾ ਲੈਣੀਆਂ, ਜ਼ਿੰਦਗੀ 10 ਗੁਣਾ ਹੋ ਜਾਵੇ, 9 ਖੰਡਿਆਂ 'ਚ ਤੂੰ ਜਾਣਾ ਵੀ ਜਾਵੇਂ, ਸਾਰੇ ਤੇਰੇ ਨਾਲ ਚੱਲਣ, ਪਰ ਜੇ ਤੂੰ ਕਰਜ਼ਾ ਵਾਪਸ ਨਹੀਂ ਲਾਇਆ, ਉਸ ਪਰਮਾਤਮਾ ਦੀ ਹੋਂਦ ਨੂੰ ਰਿਕੋਗਨਾਈਜ਼ ਨਹੀਂ ਕੀਤਾ, ਤਾਂ ਤੂੰ ਇੱਕ ਕੀੜਿਆਂ ਦੇ ਭੌਣ 'ਚ ਇੱਕ ਕੀੜਾ ਹੈ। ਕੀ ਮੈਂ ਉਸ ਤਰ੍ਹਾਂ ਜਾਣਾ ਇੱਥੋਂ, ਜਾਂ ਮੈਂ ਵਾਪਸ ਆਪਣਾ ਕਰਜ਼ਾ ਲਾ ਕੇ ਜਾਣਾ? ਇਹ ਤੁਸੀਂ ਆਪਣੀ ਸੋਚ ਆਪ ਦੇਖਣੀ ਹੈਗੀ ਹੈ। ਜਿੱਦਣ ਤੁਹਾਡੇ ਇਹ ਬੂਟਾ ਉਖੜਿਆ ਕਿ ਮੈਂ ਕਰਜ਼ਾ ਲਾ ਕੇ ਜਾਣਾ ਆ, ਐਫਰਟ ਤੁਹਾਡੇ ਸ਼ੁਰੂ ਹੋ ਗਏ, ਡਿਜ਼ਾਇਰ ਤੁਹਾਡੀ ਸ਼ੁਰੂ ਹੋ ਗਈ, ਰਸਤੇ ਤੁਹਾਡੇ ਆਪੇ ਆਪ ਤੱਕਣੇ ਸ਼ੁਰੂ ਹੋ ਜਾਣਗੇ। ਹਰੇਕ ਬੰਦਾ ਰਿਸੋਰਸਫੁਲ ਹੈ, ਹਰੇਕ ਬੰਦਾ ਰਿਸੋਰਸਫੁਲ ਹੈ। ਕਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਰਿਸੋਰਸਫੁਲ ਦਾ ਮਤਲਬ ਤੁਸੀਂ ਟੀਚਰ ਹੋ, ਤੁਸੀਂ ਰਿਸੋਰਸਫੁਲ ਨੇ, ਤੁਸੀਂ ਮਿਲਟਰੀ 'ਚ ਰਿਟਾਇਰ ਹੋਏ ਆ, ਤੁਸੀਂ ਰਿਸੋਰਸਫੁਲ ਨੇ, ਤੁਸੀਂ ਡਾਕਟਰ ਹੋ, ਤੁਸੀਂ ਰਿਸੋਰਸਫੁਲ ਨੇ, ਤੁਹਾਡੇ 'ਚ ਰਿਸੋਰਸ ਹੈ, ਤੁਹਾਡੇ 'ਚ ਸਕਿੱਲ ਹੈ। ਇਹ ਸਕਿੱਲ ਤੁਹਾਡਾ ਇੱਕ ਗੁਣ ਹੈ। ਹੁਣ ਇਹ ਆ ਕਿ ਗੁਣ ਮੇਰੇ ਤੇ ਹੀ ਰਹਿ ਜਾਵੇ ਕਿ ਗੁਣ ਕਮਿਊਨਿਟੀ ਦਾ ਐਸੈਟ ਬਣੇ, ਕਮਿਊਨਿਟੀ ਦਾ ਸਾਂਝਾ ਧਨ ਬਣੇ। ਕੀ ਇਹ ਤੁਸੀਂ ਕਮਿਊਨਿਟੀ ਦਾ ਐਸੈਟ ਬਣਾਉਣਾ ਚਾਹੁੰਦੇ ਆ? ਜੇ ਤਾਂ ਤੁਸੀਂ ਰਿਸੋਰਸਫੁਲ ਹੈ, ਹਰੇਕ ਬੰਦਾ ਰਿਸੋਰਸਫੁਲ ਹੈ। ਹੁਣ ਤੁਸੀਂ ਅਪਰੋਚੇਬਲ ਹੈਗੇ ਕਿ ਨਹੀਂ ਹੈਗੇ? ਤੇ ਮੰਨ ਲਓ ਵੀ ਤੁਸੀਂ ਇੱਕ ਵਧੀਆ ਬੁਲਾਰੇ, ਮੈਂ ਤੁਹਾਨੂੰ ਕਹਿੰਦਾ ਕਿ ਕੀ ਮੈਂ ਕੁਮਾਰ ਕੋ ਜਾ ਕੇ ਅਪਰੋਚ ਕਰ ਸਕਦਾ? ਜੇ ਤਾਂ ਤੁਸੀਂ ਅਪਰੋਚ ਹੀ ਨਹੀਂ ਹੋਣ ਦੇ ਰਹੇ, ਤੁਸੀਂ ਸਕਿੱਲਫੁਲ ਸੀਗੇ ਪਰ ਤੁਹਾਡਾ ਅਨਟੈਪ ਸੀਗੇ, ਤੁਸੀਂ ਰਿਸੋਰਸਫੁਲ ਸੀਗੇ ਪਰ ਤੁਸੀਂ ਅਪਰੋਚੇਬਲ ਨਹੀਂ ਗਏ, ਫੇਰ ਵੀ ਉਹ ਦਬਿਆ ਦਾ ਦਬਿਆ ਧਨ ਰਹਿ ਗਿਆ। ਤੁਸੀਂ ਰਿਸੋਰਸਫੁਲ ਆ ਪਰ ਤੁਸੀਂ ਅਪਰੋਚੇਬਲ ਆ। ਹੁਣ ਜੋ ਅਪਰੋਚੇਬਲ ਹੋ ਗਏ, ਹੁਣ ਤੁਹਾਡੇ ਜਿਹੜੇ ਗੁਣ ਆ ਉਹ ਕਮਿਊਨਿਟੀ ਲਈ ਵਰਤ ਹੋ ਸਕਦੇ ਆ। ਡਾਕਟਰ ਆ ਉਹ ਸਾਰਿਆਂ ਦੀ ਸੇਵਾ ਕਰ ਸਕਦਾ, ਡੈਂਟਿਸਟ ਹੈ ਉਹ ਸੇਵਾ ਕਰ ਸਕਦਾ, ਟੀਚਰ ਹੈ ਉਹ ਪੜ੍ਹਾ ਸਕਦਾ, ਪੁਲਿਸਮੈਨ ਹੈ ਉਹ ਦੱਸ ਸਕਦਾ ਆਪਣੇ ਟਾਈਮ ਤੋਂ ਸਮਾਂ ਕੱਢ ਕੇ ਪ੍ਰੋਫੈਸ਼ਨਲੀ ਸਮਾਂ ਆਪਣਾ ਜਿਹੜਾ ਉਹਦਾ ਪ੍ਰੋਫੈਸ਼ਨ ਹੈਗਾ ਉਹ ਕਰੇ, ਉਸ ਤੋਂ ਬਾਅਦ ਥੋੜਾ ਸਮਾਂ ਇਨਸਾਨ ਨੂੰ ਵੀ ਦੇਵੇ। ਤਾਂ ਤੁਹਾਨੂੰ ਹਰੇਕ ਨੂੰ ਅੰਦਰ ਦੇਖਣਾ ਕਿ ਮੈਂ ਸਕਿੱਲਫੁਲ ਕਿੱਦਾਂ। ਜੇ ਸਕਿੱਲਫੁਲ ਨਹੀਂਗਾ ਵੀ ਹੈਗਾ, ਕੋਈ ਮੈਂ ਡਾਕਟਰ ਨਹੀਂਗਾ, ਇਹਦਾ ਮਤਲਬ ਇਹ ਨਹੀਂਗਾ, ਪਰ ਇਹ ਵੀ ਹੋਊਗਾ ਵੀ ਮੇਰੇ ਕੋਲ ਇੰਨੇ ਪੈਸੇ ਹੈਗੇ ਮੈਂ ਦੇ ਸਕਦਾ। ਪੈਸੇ ਵੀ ਨਹੀਂ ਗਏ ਹੈਗੇ, ਮੈਂ ਚੰਗੀ ਸੋਚ ਰੱਖਾਂ। ਦੂਜੀ ਗੱਲ ਇੱਕ ਇਹ ਵੀ ਸਾਹਮਣੇ ਆਉਂਦੀ, ਜਦੋਂ ਪੰਜਾਬੀ ਕਮਿਊਨਿਟੀ ਦੇ ਕਾਫੀ ਜਥੇਬੰਦੀਆਂ ਨੇ, ਕਾਫੀ ਬਹੁਤ ਸੇਵਾ ਹੋ ਰਹੀ ਹੈ, ਬੱਚਿਆਂ ਨੂੰ ਪੰਜਾਬੀ ਸਿਖਾਈ ਜਾ ਰਹੀ ਹੈ, ਗੁਰੂ ਘਰਾਂ ਦੇ ਵਿੱਚ ਭੰਗੜਾ ਗਿੱਧਾ ਕੰਪੀਟੀਸ਼ਨ, ਮਤਲਬ ਵਿਰਸੇ ਨਾਲ ਵੀ ਜੋੜਿਆ ਜਾ ਰਿਹਾ। ਕੀ ਤੁਸੀਂ ਇਹ ਨਹੀਂ ਸੋਚਦੇ ਵੀ ਥੋੜਾ ਸਾਨੂੰ ਬਾਹਰ ਨਿਕਲਣ ਦੀ ਲੋੜ ਹੈ? ਬਾਹਰ ਹੁਣ ਜਿੱਦਾਂ ਆਪਾਂ ਕਈ ਵਾਰੀ ਵਿਸਾਖੀ ਦਾ ਦਿਹਾੜਾ ਬਣਾਉਂਦੇ ਹਾਂ, ਵਧਾਈਆਂ ਦੇਈ ਜਾਂਦੇ, ਉਦੋਂ ਤਾਂ ਕੋਈ ਵਧਾਈ ਨਹੀਂ ਸੀ ਦੇ ਹੋਈ, ਉਦੋਂ ਤਾਂ ਕੋਈ ਵਧਾਈ ਨਹੀਂ ਸੀ, ਉਦੋਂ ਤਾਂ ਇੱਕ ਬੜਾ ਮੁਸੀਬਤ ਦਾ ਟਾਈਮ ਸੀ ਇਨਸਾਨੀਅਤ ਤੇ ਜੇ ਦੇਖਿਆ ਜਾਵੇ ਵੀ ਜਿੰਨੇ ਗੁਰੂ ਸਾਹਿਬ ਨੇ ਸਿੰਘ ਸਜਾਏ ਹੈਗੇ ਆ ਸਾਰੇ ਹਿੰਦੁਸਤਾਨ ਤੋਂ ਅੱਡ ਖੂੰਜਾਂ ਤੋਂ ਸੀ, ਕੋਈ ਜਾਤ ਪਾਤ ਨਹੀਂ ਸੀ, ਹੈ ਨਹੀਂ ਸੀ। ਉਹ ਵਧਾਈ ਦਾ ਟਾਈਮ ਨਹੀਂ ਗਾ। ਵਧਾਈ ਦਾ ਟਾਈਮ ਇਹ ਆ ਵੀ ਰਿਕੋਗਨਾਈਜ਼ ਕਰਨਾ ਕਿ ਕੀ ਵਾਕਈ ਮੈਂ ਹੈਗਾ ਜੋ ਮਿਲੀ ਕਰਾਂ। ਜਲੇਬੀਆਂ ਖਾ ਲੀਆਂ, ਭੰਗੜੇ ਪਾ ਲਏ, ਡਾਂਗਾਂ ਸੋਟੇ, ਮੇਲਾ। ਵਿਸਾਖੀ ਇੱਕ ਮੇਲਾ ਬਣ ਚੁੱਕੀ, ਫੈਸਟੀਵਲ ਬਣ ਚੁੱਕਿਆ। ਅਸਲੀ ਉਹਦੇ ਤੇ ਕੋਰ ਹੈ। ਇੱਦਾਂ ਹਰੇਕ ਦੁਖਾਂਤ ਹਰੇਕ ਚੀਜ਼ ਦੇ ਨਾਲ ਹੀ ਹੈ। ਸਪਿਰਿਚੁਅਲਿਟੀ ਹੈ ਜਿਹੜੀ ਧਰਮ ਗ੍ਰੰਥ ਹੈਗੇ ਆ, ਇਹ ਵੀ ਸਪਿਰਿਚੁਅਲਿਟੀ ਅਧਿਆਤਮਕਤਾ ਹੈਗੀ ਹੈ, ਇਹ ਵੀ ਇਨਸਾਨ ਨੇ ਜਕੜ ਕੇ ਰੱਖਤੇ। ਇਹਨਾਂ ਦੀ ਜਿਹੜੀ ਆਜ਼ਾਦੀ ਸੀਗੀ, ਪਹਿਲਾਂ ਤਾਂ ਅਸੀਂ ਆਜ਼ਾਦ ਹੋਣ ਤੋਂ ਬਾਅਦ 'ਚ ਸਾਨੂੰ ਸਾਡੇ ਧਰਮ ਗ੍ਰੰਥ ਆ ਜਿਹੜੇ ਉਹ ਆਜ਼ਾਦ ਕਰਾਉਣੇ ਚਾਹੀਦੇ। ਸੌਰੀ ਟੂ ਸੇ, ਪਰ ਭਾਵੇਂ ਹਿੰਦੂ ਆ ਭਾਵੇਂ ਮੁਸਲਮਾਨ ਆ, ਸਾਰੇ ਜਕੜ ਹੋਏ ਹੋ। ਜਦੋਂ ਸਪਿਰਿਚੁਅਲਿਟੀ ਮੈਨੇਜ ਬਾਈ ਮਾਈਂਡ, ਦਿਮਾਗ ਉੱਤੇ ਗਠਬੰਧਨ ਲਾ ਦਿੰਦਾ ਹੈਗਾ ਤਾਂ ਉਹ ਧਰਮ ਬਣ ਜਾਂਦੀ ਹੈ। ਅੱਜ ਦਾ ਜਿਹੜਾ ਧਰਮ ਹੈਗਾ ਉਹ ਬਣ ਜਾਂਦੀ ਆ। ਤੇ ਐਸੇ ਕਰਕੇ ਸਾਰੀ ਦੁਨੀਆ 'ਚ ਲੜਾਈਆਂ ਹੈਗੀਆਂ, ਕਿਉਂਕਿ ਉਹ ਕੰਟਰੋਲਡ ਬਾਈ ਮੈਨ ਮੇਡ। ਕਿਉਂਕਿ ਮੈਂ ਸੋਚਦਾ ਜਿਹੜੀ ਮੇਰੀ ਜੋ ਸੋਚ ਆ ਵੀ ਜਿਹੜੀ ਆਪਣੀ ਸੋਸ਼ਲ ਸਰਵਿਸ ਆ ਉਹ ਅਸੀਂ ਆਪਣੇ ਤੱਕ ਰੱਖੀ ਹੋਈ, ਸੀਮਤ ਆਪਣੀ ਕਮਿਊਨਿਟੀ ਤੱਕ। ਬਾਹਰ ਜਾਣਾ ਬਹੁਤ ਜ਼ਰੂਰੀ ਹੈਗਾ, ਤੁਸੀਂ ਅਪਰੋਚ ਕਰੋ, ਆਊਟਰੀਚ ਕਰਨੀ ਬਹੁਤ ਜ਼ਰੂਰੀ ਹੈਗੀ। ਕਿਉਂਕਿ ਇੱਕ ਸਿੱਖਾਂ ਦੀ ਪਛਾਣ ਦਾ ਮੁੱਦਾ ਵੀ ਹਮੇਸ਼ਾ ਆ ਰਿਹਾ ਵਾ। ਮਿਸ ਆਇਡੈਂਟੀਟੀ ਦੇ ਸ਼ਿਕਾਰ ਕਈ ਹੋਏ ਨੇ, ਜ਼ਖਮੀ ਹੋਏ ਨੇ, ਮੌਤ ਤੱਕ ਵੀ ਹੋਈ ਹੈ। ਕਿ
ਇਹ ਰਸਤਾ ਇੱਕ ਬਹੁਤ ਵਧੀਆ ਰਸਤਾ ਜੇ ਹੋ ਸਕਦਾ ਮੇਰੇ ਵਿਚਾਰ ਨਾਲ, ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? ਬਿਲਕੁਲ, ਤੁਸੀਂ ਆਪਾਂ ਪੱਗਾ ਬੰਨ੍ਹ ਕੇ ਜਾਂਦੇ ਆ, ਆਪਾਂ ਚੰਗੀ ਸੇਵਾ ਕਰਦੇ ਆ, ਉਹ ਜ਼ਰੂਰ ਕੁਐਸਚਨ ਕਰਦੇ ਆ ਭਈ ਯਾਰ ਤੁਸੀਂ ਹੈ ਕੌਣ ਆ? ਗੱਲ ਸਮਝੇ ਕਿ ਨਹੀਂ? ਇਦੋਂ ਕਿ ਪਹਿਲਾਂ ਮੈਂ ਰੌਲੀ ਪਾ ਕੇ ਦੱਸਾਂ ਕਿ ਮੈਂ ਸਿੱਖੀ ਆ, ਮੇਰਾ ਸਿੱਖ ਧਰਮ ਹੈ, ਮੇਰਾ ਆ ਮੇਰਾ ਉਹ ਮੇਰੇ ਕੋਲ ਪੁੱਛੇ, ਉਹ ਆ ਕੇ ਪੁੱਛੇ ਨਾ ਤੁਹਾਡੇ ਤੋਂ, ਤੁਸੀਂ ਜਲਦੀ ਸਮਝੇਗਾ। ਬੀ ਅ ਮੈਗਨੇਟ, ਬੀ ਅ ਪੁਆਇੰਟ ਆਫ ਅਟਰੈਕਸ਼ਨ, ਹੈ ਕਿ ਨਹੀਂ? ਤੁਸੀਂ ਸੇਵਾ ਕਰੋ, ਆ ਕੇ ਤੁਹਾਨੂੰ ਪੁੱਛਣਗੇ। ਤੁਸੀਂ ਹਸਪਤਾਲਾਂ ਦੀ ਸੇਵਾ ਕਰੋ, ਥਾਂ ਥਾਂ ਤੇ ਜਾ ਕੇ ਸੇਵਾ ਕਰੋ। ਇਹ ਨਹੀਂ ਕਿ ਅਸੀਂ ਗੁਰਦੁਆਰਿਆਂ ਤੱਕ ਹੀ ਇੱਕ ਦੂਜੇ ਨੂੰ ਆਪਾਂ ਲੰਗਰ ਖਿਲਾਈ ਜਾਂਦੇ ਹਾਂ। ਮੈਂ ਨਹੀਂ ਕਹਿੰਦਾ ਲੰਗਰ, ਪਰ ਅਸੀਂ ਕਈ ਵਾਰੀ ਕੀ ਕਰਦੇ ਹਾਂ, ਤੂੰ ਮੈਨੂੰ ਖਿਲਾ ਤਾਂ ਮੈਂ ਤੈਨੂੰ, ਤੂੰ ਮੇਰੀ ਸਿਫਤ ਕਰੀ ਜਾਂ ਮੈਂ ਤੇਰੀ ਕਰ, ਬਾਹਰ ਪਤਾ ਹੀ ਨਹੀਂ ਕੀ ਹੋ ਰਿਹਾ। ਆਊਟਰੀਚ ਕਰਨੀ ਬਹੁਤ ਜ਼ਰੂਰੀ ਹੈਗੀ। ਬਾਹਰਲੀ ਕਮਿਊਨਿਟੀ ਵਿੱਚ ਉਹਨਾਂ ਦੇ ਜਿਹੜੇ ਇਵੈਂਟਸ ਹੈਗੇ, ਉਹਨਾਂ ਦੇ ਇਵੈਂਟ ਜਾ ਕੇ ਉਹਨਾਂ ਦੀ ਹੈਲਪ ਕਰੋ। ਕਿਉਂ ਨਹੀਂ? ਹੁਣ ਅਸੀਂ ਜੇਲ੍ਹ 'ਚ ਜਾਂਦੇ ਹੈਗੇ, ਅਸੀਂ ਸੱਦਾ ਸਾਰਿਆਂ ਨੂੰ ਦਿੰਦੇ ਹਾਂ, ਅਸੀਂ ਇਕੱਲੇ ਸਿੱਖਾਂ ਨੂੰ ਨਹੀਂ ਦਿੰਦੇ ਹੈਗੇ। ਅਸੀਂ ਕਹਿੰਦੇ ਜਿਹਨੂੰ ਆਉਣਾ ਸਾਡੀ ਸਰਵਿਸ 'ਚ ਆ ਜਾਓ। ਫਰਾਂਸ ਤੋਂ ਵੀ ਆਉਂਦੇ ਆ, ਗੋਰੇ ਵੀ ਆਉਂਦੇ ਆ, ਮੁਸਲਮਾਨ ਭਰਾ ਵੀ ਆਉਂਦੇ ਆ, ਸਾਰੇ ਆਉਂਦੇ ਆ, ਹਿੰਦੂ ਵੀ ਆਉਂਦੇ। ਸਵੇਰੇ ਮੈਂ ਉਹਨਾਂ ਨੂੰ ਪੁੱਛਦਾ ਹੈਗਾ ਕਿ ਹਿੰਦੂ ਜਿਹੜੇ ਹੈਗੇ ਆ ਭਈ ਤੁਹਾਨੂੰ ਕੀ ਚਾਹੀਦਾ? ਹਨੂਮਾਨ ਚਾਲੀਸਾ ਚਾਹੀਦਾ ਹੈ ਕਿ ਰਮਾਇਣ ਚਾਹੀਦੀ ਹੈ ਕਿ ਕੀ ਚਾਹੀਦਾ? ਕਿਹੜੇ ਕਿਹੜੇ ਪੇਜ ਚਾਹੀਦੇ? ਮੈਂ ਪ੍ਰਿੰਟ ਕਰਕੇ ਲਿਆ ਦਿੰਦਾ ਤੁਹਾਨੂੰ। ਜੇ ਮੈਂ ਅਖਬਾਰਾਂ ਲੈ ਕੇ ਜਾ ਰਿਹਾ ਹੈਗਾ ਆ ਤੇ ਹਿੰਦੀ ਦੀ ਅਖਬਾਰ ਵੀ ਜਾਊਗੀ, ਉਰਦੂ ਦੀ ਅਖਬਾਰ ਵੀ ਜਾਊਗੀ, ਭਾਵੇਂ ਮੈਨੂੰ ਪ੍ਰਿੰਟ ਕਰਕੇ। ਜੇ ਪੱਧਰ ਦੀ ਸੇਵਾ ਕਰਨੀ ਤਾਂ ਇੱਕੋ ਜਿਹੀ ਕਰੋ ਨਾ। ਮੈਂ ਇਹ ਤਾਂ ਨਹੀਂ ਪਈ ਮੈਂ ਉੱਥੇ ਸਿੱਖਾਂ ਦੀ ਸੇਵਾ ਕਰਨ ਜਾਣੀ ਹੈਗੀ। ਇਹ ਜ਼ਰੂਰ ਹੈਗਾ ਕਿ ਜੀ 400 ਉੱਥੇ ਡਿਟੇਨੀਜ਼ ਹੈਗਾ ਆ ਤੇ ਉਹਦੇ ਵਿੱਚੋਂ 300 ਕੁਛ ਆਪਣੇ ਆ, ਮੈਜੋਰਟੀ ਆਪਣੇ ਹੀ ਹੈਗੇ ਆ। ਪਰ ਇਹਦਾ ਮਤਲਬ ਇਹ ਨਹੀਂ ਕਿ ਜਿਹੜੇ ਗੁਜਰਾਤੀ ਬਾਕੀ ਬਗਾਨੇ ਨਹੀਂ। ਗੁਜਰਾਤੀ ਉਹਨਾਂ ਨੂੰ ਪੁੱਛਦਾ, ਉਹ ਕਹਿੰਦੇ ਹਨੂਮਾਨ ਚਾਲੀਸਾ ਦਾ। ਮੈਂ ਕਿਹਾ ਠੀਕ ਹੈ ਜੀ, ਹਨੂਮਾਨ ਹਿੰਦੂ ਤੁਸੀਂ ਨੋਟ ਕਰ ਲੈਂਦੇ? ਹਾਂ, ਨੋਟ ਕਰਕੇ ਲੈ ਆਈਦੇ ਆ, ਪੈਸੇ ਵੀ ਉਹਨਾਂ ਦੇ ਅਕਾਊਂਟ 'ਚ ਪਾਈਦੇ ਆ। ਕੋਈ ਮੈਂ ਕਿਉਂ ਅੰਦਰੋਂ ਵੰਡ ਹੋਵਾਂ? ਪਹਿਲਾਂ ਤਾਂ ਇਹ ਦੇਖੋ ਕਿ ਮੈਂ ਸੇਵਾ ਕਰਨੀ ਹੈ, ਮੈਂ ਅੰਦਰੋਂ ਨਾ ਵੰਡ ਹੋਵਾਂ। ਸੇਵਾ ਕਰਨੀ ਹੈ, ਮਨੁੱਖਤਾ ਦੀ ਸੇਵਾ ਘਰੋਂ ਜ਼ਰੂਰ ਸ਼ੁਰੂ ਕਰੋ। ਐਵਰੀਥਿੰਗ ਚੈਰਿਟੀ ਸ਼ੁੱਡ ਸਟਾਰਟ ਹੋਮ, ਇਹ ਕੋਈ ਸ਼ੱਕ ਨਹੀਂ ਗੀ। ਪਰ ਇੰਨੀ ਨਹੀਂ ਹੋਵੇ ਕਿ ਤੁਸੀਂ ਘਰ ਜੋਗੇ ਰਹਿ ਜਾਓ। ਸ਼ੁੱਡ ਸਟਾਰਟ ਫਰੋਮ ਹੋਮ। ਤੇ ਆਪਣਾ ਆਪ ਖੋਜਣਾ ਵੀ ਬਹੁਤ ਜ਼ਰੂਰੀ ਹੈਗਾ। ਬਹੁਤ ਸੰਸਥਾ ਜਿਹੜੀਆਂ ਕੰਮ ਕਰ ਰਹੀਆਂ ਹੈਗੀਆਂ, ਕਿਤੇ ਨਾ ਕਿਤੇ ਜੁੜੋ। ਗੁਰਦੁਆਰਿਆਂ 'ਚ ਆਪਾਂ ਇਨੀਸ਼ੀਏਸ਼ਨ ਲਿਆਓ। ਗੁਰਦੁਆਰਿਆਂ ਦੇ ਵਿੱਚ ਸਾਰਿਆਂ ਨੂੰ ਬੇਨਤੀ ਆ, ਜਿੰਨੇ ਆਗੂ ਹੈਗੇ ਆ ਮੰਦਰਾਂ ਦੇ, ਮਸਜਿਦਾਂ ਦੇ, ਕਿ ਤੁਸੀਂ ਦੇਖੋ ਵੀ ਸਾਡੇ ਬੰਦੇ ਦੁਖੀ ਕਿੱਥੇ, ਉੱਥੇ ਜਾਓ। ਠੀਕ ਹੈ। ਕਮਿਊਨਿਟੀ ਦੇ ਵਿੱਚ ਇਹ ਦੇਖੋ ਵੀ ਕਿਹੜੇ ਕਿਹੜੇ ਪਰਿਵਾਰ ਹੈ ਜਿਨ੍ਹਾਂ ਨੂੰ ਹੈਲਪ ਚਾਹੀਦੀ ਹੈ, ਇੰਪਲੋਇਮੈਂਟ ਦੀ ਚਾਹੀਦੀ ਆ, ਉਹ ਲਿਆਓ, ਏਜੰਸੀਆਂ ਲਿਆਓ ਉੱਥੇ। ਦੂਸਰਾ, ਜਿੱਦਾਂ ਤੁਸੀਂ ਐਡਮਿਨਿਸਟ੍ਰੇਟਿਵ ਲੈਵਲ ਤੇ ਜਾ ਕੇ, ਉੱਦਾਂ ਸਾਨੂੰ ਚਾਹੀਦਾ ਵੀ ਸਾਡੇ ਜਿਹੜੇ ਆਗੂ ਨੇ ਉਹ ਸਾਰੇ ਐਡਮਿਨਿਸਟ੍ਰੇਟਿਵ ਲੈਵਲ ਤੇ ਜਾ ਕੇ ਲੋਕਾਂ ਦੀ ਸੇਵਾ ਕਰਨ, ਜਿਹਨੂੰ ਜੋ ਚੀਜ਼ ਦੀ ਲੋੜ ਹੈਗੀ ਆ ਬੱਚਿਆਂ ਨੂੰ ਜਾਂ ਹੋ ਰਿਹਾ। ਅਸੀਂ ਕਿਉਂ ਨਹੀਂ ਇਕੱਠੇ ਹੋ ਕੇ? ਕਿਉਂਕਿ ਅੱਜ ਦੀ ਡੇਟ ਸਾਡੇ ਹਰ ਸਿੱਖ ਕਮਿਊਨਿਟੀ ਖਾਸ ਕਰਕੇ ਮਿਹਨਤੀ ਹੈ, ਔਰ ਇਹਨੇ ਹਰ ਜਗ੍ਹਾ 'ਤੇ ਆਪਣਾ ਮੁਕਾਮ ਬਣਾ ਲਿਆ, ਔਰ ਇਹਨਾਂ ਦੀ ਅਪਰੋਚ ਐਡਮਿਨਿਸਟ੍ਰੇਟਿਵ ਲੈਵਲ ਤੇ ਹੈਗੀ ਆ, ਇਹਨਾਂ ਦੀ ਹੋਂਦ ਹੈਗੀ ਆ, ਲੇਕਿਨ ਦੱਸਣ ਦੀ ਲੋੜ ਆ। ਦੂਸਰਾ ਇਹ ਹੈਗਾ ਕਿ ਅਵੇਅਰਨੈਸ ਲਿਆਉਣ ਦੀ ਬਹੁਤ ਜ਼ਰੂਰੀ ਹੈਗੀ ਆ ਕਿ ਯਾਰ ਮੈਂ ਇੱਥੇ ਬੈਠਾ ਆ, ਮੇਰੀ ਵੀ ਸੁਣ, ਹੈ ਕਿ ਨਹੀਂ? ਇਕੱਲੇ ਆਪਣੇ ਆਪ 'ਚ ਸੀਮਤ ਨਾ ਰਹੀ। ਇੱਦਾਂ ਦੇ ਕੰਮ ਕਰੋ ਕਿ ਤੁਹਾਨੂੰ ਬਾਹਰੋਂ ਪੁੱਛਣ ਪਏ ਕੌਣ ਹੈਗੇ ਆ, ਤੁਸੀਂ ਜਾ ਕੇ ਆਫਰ ਕਰੋ। ਰਾਈਟ, ਕੈਂਪ ਲਾਉਣਾ ਆ ਤੇ ਦੂਜੀਆਂ ਕਮਿਊਨਿਟੀਆਂ ਨੂੰ ਵੀ ਸੱਦਾ ਦਿਓ। ਹਾਂ, ਉਹ 'ਚ ਵੀ ਸੱਦਾ ਕਿਉਂ ਨਹੀਂ? ਆਪੇ ਹੀ ਅਸੀਂ ਨਾਲ ਹੋਰ ਜੁੜਨੇ ਸ਼ੁਰੂ ਹੋ ਜਾਣ। ਤੇ ਗੁਰਦੁਆਰੇ ਦੇ ਵਿੱਚ ਵੀ ਆ, ਤੇ ਜੇ ਆਪਾਂ ਕਰ ਜਾਂਦੇ ਹੈਗੇ ਤਾਂ ਦੂਜੀਆਂ ਕਮਿਊਨਿਟੀਆਂ ਨੂੰ ਵੀ ਸੱਦਾ ਦਿਓ। ਲੰਗਰ ਦੀ ਮਹੱਤਤਾ ਦੱਸੋ, ਆਪ ਹੀ ਗੁਰੂ ਗ੍ਰੰਥ ਸਾਹਿਬ ਦੀ ਮਹੱਤਤਾ ਸਮਝਣਗੇ ਵੀ ਜਿੱਥੇ ਜੁੜੇ ਹੋ ਠੀਕ ਹੈ ਕਿ ਨਹੀਂ? ਤੇ ਆਪਣੇ ਬਹੁਤ ਵਧੀਆ ਏਜੰਸੀਆਂ ਹੈਗੀਆਂ, ਯੂਨਾਈਟਿਡ ਸਿੱਖ ਵਾਲੇ ਹੈਗੇ ਭਰਾ, ਸੈਲਡੈਫ ਵਾਲੇ ਹੈਗੇ ਆ ਵੀ, ਹੋਰ ਬਾਕੀ ਏਜੰਸੀਆਂ, ਖਾਲਸਾ ਏਡ ਵਾਲੇ ਹੈਗੇ ਆ, ਮਤਲਬ ਸਿਰ ਝੁਕਦਾ ਸਾਰਿਆਂ ਦੇ। ਰਾਈਟ, ਬਿਲਕੁਲ। ਆਪਣੇ ਹਿੰਦੂ ਪਰਿਵਾਰਾਂ ਦੇ ਵਿੱਚ ਵੀ ਮਤਲਬ ਕਮਿਊਨਿਟੀ 'ਚ ਬਹੁਤ ਹੈਗੀ। ਕ੍ਰਿਸਚੈਨਿਟੀ, ਮੈਂ ਕਿ ਦੱਸਾਂ, ਸੇਵਾ ਕਰਨੀ ਆ ਤਾਂ ਆਪਾਂ ਹੁਣ ਕਈ ਮੇਰੇ ਵਰਗਾ ਜੇ ਹੁਣ ਕੰਮ ਕਈ ਕਰਦਾ ਤੇ ਆਪਾਂ ਗੋਰਿਆਂ ਤੋਂ ਸਿੱਖ ਕੇ ਕਰੀ ਜਾਂਦੇ। ਮੈਂ ਨਹੀਂ ਕਹਿੰਦਾ, ਆਪਾਂ ਇਹਨਾਂ ਅੱਗੇ ਹੋਣਾ ਚਾਹੁੰਦੇ ਹਾਂ। ਇਹਨਾਂ ਨੇ ਸਾਨੂੰ ਉਹ ਚੀਜ਼ਾਂ ਸਿਖਾਈਆਂ। ਸਾਨੂੰ ਕੋਈ ਇਹ ਜਾ ਕੇ ਸਾਡੇ ਕਲਾਸ ਨਹੀਂ ਲਾਈ, ਨਹੀਂ ਪਿਆ ਇੱਦਾਂ ਕਰੋ। ਸਾਡੇ ਮੋਰੇ ਇੰਨੇ ਚੰਗੇ ਕੰਮ ਇੰਨੀ ਵਾਰੀ ਨਹੀਂ ਕਰਤੇ ਕਿ ਅਸੀਂ ਚੰਗੇ ਬਣ ਗਏ। ਸੋ ਸਾਰਿਆਂ ਨੂੰ ਇਹ ਹੈ ਵੀ ਕੁਛ ਨਾ ਕੁਛ ਸਮਾਂ ਜ਼ਰੂਰ ਆ ਇਨਸਾਨੀਅਤ ਲਈ ਕੱਢੋ। ਸਮਾਂ ਇਜਾਜ਼ਤ ਨਹੀਂ ਦੇ ਰਿਹਾ ਜੀ, ਸਾਨੂੰ ਇਹ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨਾ ਪੈਣਾ। ਤੁਹਾਨੂੰ ਸਾਡਾ ਇਹ ਪ੍ਰੋਗਰਾਮ ਕਿਸ ਤਰ੍ਹਾਂ ਦਾ ਲੱਗਿਆ, ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਲਿਖ ਭੇਜਣਾ। ਸਾਡਾ ਪਤਾ ਹੈ feedback@ptcnetwork.tv। ਹੁਣ ਸਾਨੂੰ ਦਿਓ ਇਜਾਜ਼ਤ। ਅਗਲੇ ਪ੍ਰੋਗਰਾਮ 'ਚ ਇੱਕ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਸਾਹਮਣੇ ਫੇਰ ਹਾਜ਼ਰ ਹੋਵਾਂਗੇ। ਸਤਿ ਸ਼੍ਰੀ ਅਕਾਲ।